भाई साहब भाई मनदीप सिंह जी उन्होंने समा है 12:40-45 ते सो वो भी आप संगतां नूं तकरीबन सवा घंटा तुहाडे रूबरू होणगे गुरबाणी कीर्तन द्वारा। सो भाई साहब जी नूं मैं रमता की बेनती करदा, नाल ही जकारा बुलाउणा है ते नाल ही सारी संगत नूं वधाई दिना जिथे गुरु नानक पातशाह जी के अवतार दिहाड़ी की मुबारक है। सो कई बीबियां दे जिहड़े सहरा है वो नंगे आ, कृपा करके अपने अपने दुपट्टे आ जिहड़े वो ठीक ढंग दे नाल बच्चों नूं भी बेनती है कि सिर ढक के सत्कार गुरु का करना है। आपां गुरु के दरबार में बैठे हैं, सो कृपा करके अपने अपने चंगी तरह सिर ढक लो। सो ये बेनती प्रवान करनी, कोई गुस्सा गिला नहीं किसी ने करना। सो बेनती करदा भाई साहब जी नूं रमता दी ते नाल ही वधाई दिना गुरु नानक पातशाह जी के अवतार दिहाड़े दी अते नाल ही किसान अंदोलन की जिहड़ी है वो लख लख मुबारक होवे कि किसानां दी जित हुई है। उत्थे कल्ले किसानां दी जित नहीं हुई, सारी दुनिया की जित हुई है। सारी लोकाई किसानां दे नाल जुड़ी है। वाहिगुरू जी का खालसा, वाहिगुरू जी की फतेह। वाहिगुरू साहिब जी। तेरा कीता जतो नाही, मैनो जोग की तोई। मैं निर्गुण यारे को गुण नाही, आपे तरस पयोई। तरस पया मेहरामत होई, सतगुर सज्जन मिलिया। नानक नाम मिलै तां जीवा, तन मन थीवै हरिया। तुद आगे अरदास हमारी, जियो पिंड सब तेरा। कहो नानक सब तेरी वड्याई, कोई नाओ न जाने मेरा। मैं मूर्ख की केतक बात है, कोट पराधी तरया रे। गुरु नानक जिन सुनया पेखिया, से फिर गर्भास ना परया रे। सुखो टल गुर सेवी, कान सुसहज सुबह। दर्शन परसय, जन्म मरण दुख जा। होवै सिफत खसामदी, नूर अरसों कुरसों। तुद डिठे सचे पातशाह, माल जन्म जन्म दे। तुद डिठे सचे पातशाह, माल जन्म जन्म दे। जुगो जुग अटल, पतत पावन। कृपा निधान गरीब नवाज सतगुरु। श्री गुरु ग्रंथ साहिब जियां दी पावन पवित्र हजूरी अंदर सुभाईमान हो रही गुरु की संगत। सतगुरु 10वें पातशाह महाराज साहब जियां दे बचन हन। आगे आवत सिंह जो पावै, वाहिगुरू जी की फतेह बुलावै। जिस वेले महाराज जियां ने अमृत की दात बख्शिश की है, उस वेले महाराज जियां ने एक मर्यादा बन दी। जदों साडा सिख साडा सिंह दूसरे सिंह जां सिख नूं मिले
ਤੇ ਉਸ ਵੇਲੇ ਇੱਕ ਨਾਅਰਾ ਜੋ ਹੈ ਉਹ ਬੁਲੰਦ ਕਰੇ, ਉਹ ਹੈ ਫਤਿਹ। ਜਿਸ ਨੂੰ ਬੁਲਾਉਣ ਕਰਕੇ ਵਾਹਿਗੁਰੂ ਦਾ ਨਾਮ ਚੇਤੇ ਆਉਂਦਾ, ਪਰਮੇਸ਼ਰ ਦਾ ਨਾਮ ਚੇਤੇ ਆਉਂਦਾ। ਤੇ ਜਿਹੜਾ ਸਿੱਖ ਫਤਿਹ ਨੂੰ ਬੁਲਾਵੇਗਾ ਜਾਂ ਉਸ ਫਤਿਹ ਦਾ ਜਵਾਬ ਦੇਵੇਗਾ, ਦੋਨਾਂ ਨੂੰ 2 ਵਾਰੀ ਵਾਹਿਗੁਰੂ ਮੰਤਰ ਚੇਤੇ ਆਵੇਗਾ। 2 ਤੇ 2 4 ਵਾਰੀ ਇਹ ਨਾਮ, ਇਹ ਸ਼ਬਦ ਮੁਖੋਂ ਨਿਕਲੇਗਾ। ਤੇ ਉਸ ਦੇ ਵੱਲ ਅਸੀਂ ਆਪਣਾ ਮੁੱਖ ਕਰਾਂਗੇ, ਉਹਨੂੰ ਆਪਣੇ ਸਨਮੁਖ ਰੱਖਾਂਗੇ। ਉਹ ਬਚਨ ਮਹਾਰਾਜ ਜੀਆਂ ਦਾ ਆਪਾਂ ਪਾਲਦੇ ਹੋਏ ਸਾਰਿਆਂ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰੀਏ, ਮਿਲ ਕੇ ਆਖੀਏ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਜੋ ਵਾਹਿਗੁਰੂ ਮੰਤਰ ਅਸੀਂ ਜਪਿਆ ਹੈ, ਇਹ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ, ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਇਹ ਸਤਿਗੁਰੂ ਮਹਾਰਾਜ ਜੀਆਂ ਦੇ ਮੁਖ ਚੋਂ ਪਹਿਲਾ ਨਿਕਲਿਆ ਬਚਨ, ਪਹਿਲਾ ਨਿਕਲਿਆ ਸ਼ਬਦ ਹੈ। ਸਾਡੇ ਘਰ ਦੇ ਵਿੱਚ ਬੱਚੇ ਪੈਦਾ ਹੁੰਦੇ ਨਾ, ਪਰਿਵਾਰਾਂ ਦੇ ਵਿੱਚ, ਤੇ ਜਦੋਂ ਬੱਚਾ ਬੋਲਣਾ ਸ਼ੁਰੂ ਕਰਦਾ ਹੈ, ਆਪਣੇ ਮੂੰਹ ਤੋਂ ਕੋਈ ਮਾਂ ਕਹਿੰਦਾ ਹੈ, ਕੋਈ ਪਿਤਾ ਕਹਿੰਦਾ ਹੈ, ਕੋਈ ਚਾਚਾ ਆਖਦਾ, ਜਾਂ ਘਰ ਦੇ ਵਿੱਚ ਕੋਈ ਹੋਰ ਸੌਖਾ ਨਾਮ ਹੋਵੇ, ਬੱਚਾ ਉਹ ਨਾਮ ਵਾਰ-ਵਾਰ ਲੈਂਦਾ ਔਰ ਪਹਿਲੀ ਵਾਰੀ ਨਾਮ ਉਹਦੇ ਮੂੰਹ ਵਿੱਚੋਂ ਨਿਕਲਦਾ। ਜਾਂ ਕਈ ਵਾਰੀ ਆਪਾਂ ਇਹ ਵੀ ਗੱਲ ਕਹਿ ਦਿੰਦੇ ਕਿ ਜਦੋਂ ਇਹ ਬੱਚਾ ਜੋ ਇਹਦੀ ਰਿਸ਼ਤੇਦਾਰੀ ਮੇਰੇ ਨਾਲ ਹੈ, ਜਦੋਂ ਮੈਨੂੰ ਇਹ ਕਹਿ ਕੇ ਬੁਲਾਵੇਗਾ, ਚਾਚਾ ਕਹੇਗਾ, ਮਾਮਾ ਕਹੇਗਾ, ਤੇ ਮੈਂ ਇਹਨੂੰ ਕੋਈ ਵਸਤੂ ਲਿਆ ਕੇ ਉਸ ਵੇਲੇ ਦੇਵਾਂਗਾ, ਤੋਹਫਾ ਕੋਈ ਦੇਵਾਂਗਾ, ਤੇ ਬੱਚਾ ਨਾਮ ਉਹਦਾ ਪਹਿਲੀ ਵਾਰੀ ਮੂੰਹ ਤੋਂ ਲੈਂਦਾ ਜਿਹੜਾ ਨੇੜੇ ਹੋਵੇ ਜਾਂ ਜਿਹਦਾ ਵਾਰ-ਵਾਰ ਨਾਮ ਕਿਹਾ ਜਾਵੇ। ਪਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜਿਸ ਵੇਲੇ ਦੁਨੀਆ 'ਤੇ ਆਏ ਨਾ ਗੁਰਮੁਖੋ, ਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਪਹਿਲਾ ਜਿਹੜਾ ਬਚਨ ਨਿਕਲਿਆ, ਨਾ ਉਹ ਮਾਂ ਦਾ ਨਾਮ, ਨਾ ਪਿਤਾ ਦਾ ਨਾਮ, ਨਾ ਕਿਸੇ ਚਾਚੇ ਜਾਂ ਮਾਮੇ ਦਾ ਨਾਮ, ਨਾ ਕਿਸੇ ਦੁਨੀਆ ਦੇ ਪਦਾਰਥ ਜਾਂ ਵਸਤੂ ਦਾ ਨਾਮ। ਜਿਹੜਾ ਨਾਮ ਉਹਨਾਂ ਦੇ ਮੁਖ ਵਿੱਚੋਂ ਪਹਿਲੀ ਵਾਰੀ ਸ਼ਬਦ ਨਿਕਲਿਆ, ਉਹ ਸ਼ਬਦ ਨਿਕਲਿਆ ਹੈ ਵਾਹਿਗੁਰੂ। ਇੱਕ ਵਾਰੀ ਆਖੀਏ ਸਤਿਨਾਮ। ਇਹ ਵੱਡੀ ਦਾਤ, ਇਹ ਵੱਡਾ ਸ਼ਬਦ ਗੁਰੂ ਨਾਨਕ ਸਾਹਿਬ ਦੇ ਮੁਖ ਚੋਂ ਨਿਕਲਿਆ, ਜਿਹੜਾ ਅੰਮ੍ਰਿਤ ਛਕਣ ਤੋਂ ਉਪਰੰਤ 10ਵੇਂ ਪਾਤਸ਼ਾਹ ਨੇ ਇੱਕ ਮਰਿਆਦਾ ਬਣ ਦਿੱਤੀ ਹੈ। ਕੋਈ ਰਾਮ ਰਾਮ ਕਹਿੰਦਾ ਹੈ, ਕੋਈ ਹਰੇ ਹਰੇ ਕਹਿੰਦਾ ਹੈ, ਕੋਈ ਅੱਲਾ ਅੱਲਾ ਕਰਦਾ ਹੈ, ਕੋਈ ਕਿਸੇ ਦਾ ਜਾਪ ਕਰਦਾ ਹੈ, ਕੋਈ ਕਿਸੇ ਦਾ ਜਾਪ ਕਰਦਾ ਹੈ। ਸਾਡਾ ਸਿੱਖ ਜਦੋਂ ਦੂਸਰੇ ਸਿੱਖ ਨੂੰ ਮਿਲੇ ਉਸ ਵੇਲੇ ਫਤਿਹ ਸਾਂਝੀ ਕਰੇ। ਇਹ ਫਤਿਹ ਦਾ ਸ਼ਬਦ ਉਹ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੇ ਮੁਖ ਚੋਂ ਨਿਕਲਿਆ, ਅਤੇ ਸਾਡਾ ਸਿੱਖ ਜਪੇਗਾ ਨਾ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ, ਗੁਰੂ ਦੁਆਰਾ ਦਿੱਤਾ ਗਿਆ ਗੁਰ ਮੰਤਰ ਹੈ। ਤੇ ਅੱਜ ਆਪਾਂ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੇ ਹਾਂ। ਗੁਰਬਾਣੀ ਦੇ ਵਿੱਚ ਬਚਨ ਲਿਖਿਆ ਹੈ, ਸਭ ਤੇ ਵੱਡਾ ਸਤਿਗੁਰ ਨਾਨਕ। ਤੇ ਭਾਈ ਗੁਰਦਾਸ ਜੀਆਂ ਨੇ ਬਚਨ ਲਿਖਿਆ, ਕਹਿਣ ਲੱਗੇ, ਸਿੱਧ ਬੋਲਨ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਭਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਵੀ ਸਿੱਧਾਂ ਨੇ, ਸਿੱਧਾਂ ਵਿੱਚ ਗੁਰਮੁਖੋ ਬੜੀਆਂ ਸ਼ਕਤੀਆਂ ਸਨ। ਹਵਾ ਦੇ ਵਿੱਚ ਉਹ ਕਿਸੇ ਵੀ ਤਰ੍ਹਾਂ ਦਾ ਰੂਪ ਬਣਾ ਲੈਂਦੇ, ਇੱਕ ਥਾਂ ਤੋਂ ਉੱਡ ਕੇ ਦੂਜੀ ਥਾਂ 'ਤੇ ਚਲੇ ਜਾਂਦੇ। ਸਰੀਰ ਆਪਣੇ ਨੂੰ ਭਾਵੇਂ ਛੋਟਾ ਤੇ ਭਾਵੇਂ ਵੱਡਾ ਕਰ ਲੈਂਦੇ, ਥੋੜ੍ਹਿਆਂ ਪਦਾਰਥਾਂ ਨੂੰ ਬਹੁਤਾ ਕਰ ਲੈਂਦੇ। ਬੜੇ ਕਰਾਮਾਤੀ ਸਨ, ਜਿਹੜੇ ਵਾਰ-ਵਾਰ ਗੁਰੂ ਨਾਨਕ ਦੇ ਪਾਤਸ਼ਾਹ ਦੇ ਨਾਲ ਉਲਝਦੇ ਨੇ, ਚਰਚਾ ਕਰਦੇ। ਐਸੀਆਂ ਸ਼ਕਤੀਆਂ ਵਾਲੇ ਸਿੱਧਾਂ ਨੇ ਵੀ ਇਹ ਗੱਲ ਆਖੀ ਹੈ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀਓ, ਤੁਹਾਡੇ ਤੋਂ ਪਹਿਲਾਂ ਬੜੇ ਪੈਗੰਬਰ ਆਏ ਨੇ, ਬੜੇ ਅਵਤਾਰ ਆਏ ਨੇ, ਰਿਸ਼ੀ ਮੁਨੀ ਸਾਧੂ ਸੰਤ ਆਏ ਨੇ, ਪਰ ਤੁਹਾਡੇ ਵਰਗਾ ਵੱਡਾ ਕੋਈ ਨਹੀਂ। ਤੁਸੀਂ ਹੋ ਸਾਰਿਆਂ ਤੋਂ ਵੱਡੇ, ਤੁਸੀਂ ਹੋ ਸਾਰਿਆਂ ਤੋਂ ਸ੍ਰੇਸ਼ਟ। ਪਰ ਇਹ ਬਚਨ ਤੇ ਉਹਨਾਂ ਨੇ ਕਹਿ ਦਿੱਤਾ, ਸਿੱਧ ਬੋਲਨ ਸ਼ੁਭ ਬਚਨ ਧੰਨ ਨਾਨਕ। ਇਹ ਬਚਨ ਤੇ ਉਹਨਾਂ ਨੇ ਕਿਹਾ ਵੀ ਤੇਰੀ ਵੱਡੀ ਕਮਾਈ ਹੈ, ਤੁਸੀਂ ਵੱਡੇ ਹੋ, ਪਰ ਉਹ ਕਹਿਣ ਦਾ ਵੀ ਇੱਕ ਕਾਰਨ ਹੈ ਨਾ, ਉਹਨਾਂ ਦਾ ਕਾਰਨ ਹੈ ਕੋਕ, ਤਾਂ ਉਹਨਾਂ ਨੇ ਇਹ ਬਚਨ ਕੀਤਾ।
ਇੱਕ ਛੋਟੀ ਜੀ ਸਾਖੀ ਆ ਜਾਂਦੀ ਹੈ। ਤ੍ਰੇਤੇ ਯੁੱਗ ਦੇ ਅਵਤਾਰ ਹੋਏ ਨਾ ਭਗਵਾਨ ਰਾਮ ਚੰਦਰ ਜੀ, ਤੇ ਕਹਿਣ ਲੱਗੇ ਰਾਜੇ ਜਨਕ ਨੇ ਨਾ ਸਵੰਬਰ ਰਚਿਆ। ਉਹਨਾਂ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਜਿਹੜੇ ਸਨ ਉਹ ਸਵੰਬਰ ਰਚਦੇ ਸਨ ਵੀ ਕਈ ਰਾਜਾਂ ਦੇ ਪ੍ਰਾਂਤਾਂ ਦੇ ਜਿਹੜੇ ਰਾਜਕੁਮਾਰ ਸਨ ਉਹਨਾਂ ਨੂੰ ਬੁਲਾਇਆ ਜਾਂਦਾ। ਉਹਨਾਂ ਦੇ ਸਾਹਮਣੇ ਇੱਕ ਸ਼ਰਤ ਰੱਖੀ ਜਾਂਦੀ ਵੀ ਜੇ ਇਹ ਸ਼ਰਤ ਪੂਰੀ ਕਰੋਗੇ ਤੇ ਤੁਹਾਨੂੰ ਇਸ ਰਾਜਕੁਮਾਰੀ ਦਾ ਰਿਸ਼ਤਾ ਜਿਹੜਾ ਨਾ ਉਹ ਕਰ ਦੇਵਾਂਗੇ। ਤੇ ਕਹਿਣ ਲੱਗੇ ਗੁਰਮੁਖੋ ਜਦੋਂ ਰਾਜਕੁਮਾਰ ਬੁਲਾਏ ਨਾ ਰਾਜੇ ਜਨਕ ਨੇ ਆਪਣੇ ਮਹਿਲਾਂ ਦੇ ਵਿੱਚ, ਤੇ ਕਈਆਂ ਪ੍ਰਾਂਤਾਂ ਦੇ ਸਟੇਟਾਂ ਦੇ ਰਾਜੇ ਰਜਵਾੜੇ ਰਿਆਸਤਾਂ ਦੇ ਉਹਨਾਂ ਦੇ ਰਾਜਕੁਮਾਰ ਪਹੁੰਚੇ ਜਨਕਪੁਰੀ ਦੇ ਵਿੱਚ। ਇਤਿਹਾਸ ਦੀ ਸਾਖੀ ਹੈ, ਸਰਵਣ ਕਰਨ ਵਾਲੀ ਹੈ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਦੀ ਮਹਿਮਾ ਹੈ ਇਹਦੇ ਵਿੱਚ। ਤੇ ਜਦੋਂ ਰਾਜਕੁਮਾਰ ਪਹੁੰਚੇ ਤੇ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਇਹ ਸਾਹਮਣੇ ਨਾ ਇੱਕ ਧਨੁਸ਼ ਪਿਆ ਹੋਇਆ, ਤੀਰ ਕਮਾਨ ਪਿਆ ਹੋਇਆ, ਤੇ ਕਹਿੰਦੇ ਵੀ ਹੈ ਇਹ ਸ਼ਿਵ ਭਗਵਾਨ ਦਾ, ਤੇ ਇਹਨੂੰ ਚੁੱਕਣਾ ਪਵੇਗਾ। ਜਿਹੜਾ ਇਹਨੂੰ ਚੁੱਕ ਲਵੇ ਉਹਦੇ ਨਾਲ ਵਿਆਹ ਜਿਹੜਾ ਹੈ ਨਾ ਉਹ ਸੀਤਾ ਦਾ ਹੋਵੇਗਾ। ਜਦੋਂ ਇਹ ਐਲਾਨ ਹੋ ਗਿਆ ਤੇ ਸਾਰਿਆਂ ਨੂੰ ਫਿਕਰ ਪੈ ਗਿਆ ਵੀ ਇੰਨੀ ਭਰੀ ਹੋਈ ਸਭਾ ਦੇ ਵਿੱਚ ਜੇ ਨਾ ਚੁੱਕਿਆ ਗਿਆ ਤੇ ਬੜੀ ਬੇਇੱਜ਼ਤੀ ਵਾਲੀ ਗੱਲ ਹੈ। ਸਾਰੇ ਹੀ ਆਪੋ ਆਪਣੇ ਸਰੀਰ ਦੀ ਅਜਮਾਇਸ਼ ਕਰਨ ਲੱਗ ਪਏ, ਜ਼ੋਰ ਲਾਉਣ ਲੱਗ ਪਏ, ਤਾਕਤਾਂ ਕਸਰਤਾਂ ਸ਼ੁਰੂ ਕਰ ਦਿੱਤੀਆਂ ਵੀ ਸਵੇਰੇ ਧਨੁੱਖ ਚੁੱਕਣਾ ਹੈ, ਕਿਤੇ ਮੈਂ ਰਹਿ ਨਾ ਜਾਵਾਂ। ਤੇ ਇਹਨਾਂ ਰਾਜਕੁਮਾਰਾਂ ਦੇ ਵਿੱਚ ਨਾ ਗੁਰਮੁਖੋ ਰਾਵਣ ਵੀ ਬੈਠਾ ਹੋਇਆ। ਰਾਵਣ ਨੇ ਸੋਚਿਆ ਵੀ ਜੇ ਮੇਰੇ ਤੋਂ ਨਾ ਚੁੱਕਿਆ ਗਿਆ ਮੇਰੀ ਬੇਇੱਜ਼ਤੀ ਜ਼ਿਆਦਾ ਹੋ ਜਾਣੀ ਹੈ ਵੀ ਐਡਾ ਵੱਡਾ ਰਾਵਣ ਤੇ ਇੱਕ ਧਨੁੱਖ ਨਹੀਂ ਚੁੱਕ ਸਕਿਆ। ਇਤਿਹਾਸ ਇਹ ਗੱਲ ਕਹਿੰਦਾ ਵੀ ਰਾਤੋਂ ਰਾਤ ਇਹਨੇ ਦੇਵਤਿਆਂ ਨੂੰ ਯਾਦ ਕੀਤਾ ਤੇ ਖੁਸ਼ ਕੀਤਾ ਤੇ ਉਹਨਾਂ ਕੋਲੋਂ ਵਰ ਮੰਗ ਲਿਆ ਵੀ ਮੈਂ ਧਨੁੱਖ ਚੁੱਕ ਲਵਾਂ। ਉਹਨਾਂ ਨੇ ਅੱਗੋਂ ਵਰ ਦੇ ਦਿੱਤਾ ਵੀ ਧਨੁੱਖ ਤੂੰ ਚੁੱਕ ਲਵੇਂਗਾ, ਇੱਕ ਵਾਰੀ ਚੁੱਕ ਲਵੇਂਗਾ ਪਰ ਇੱਕ ਵਾਰੀ। ਕਹਿਣ ਲੱਗਾ ਠੀਕ ਹੈ, ਇੱਕ ਵਾਰੀ ਚੁੱਕਾਂਗਾ ਤੇ ਮੇਰਾ ਮਸਲਾ ਹੱਲ ਹੋ ਜਾਣਾ, ਜਿਸ ਕੰਮ ਵਾਸਤੇ ਆਇਆ ਉਹ ਫਤਿਹ ਕਰ ਲਵਾਂਗਾ। ਰਾਤ ਨੂੰ ਸੁੱਤਾ ਨਾ ਆਪਣੇ ਪਲੰਘੇ ਤੇ ਸੋਚਦਾ ਪਿਆ, ਕਹਿਣ ਲੱਗਾ ਵੀ ਜੇ ਮੈਂ ਦਿਨੇ ਨਾ ਚੁੱਕ ਸਕਿਆ ਤੇ ਭਾਰੀ ਬੇਇੱਜ਼ਤੀ ਹੋ ਜਾਵੇਗੀ, ਕਿਉਂ ਨਾ ਹੋਵੇ ਮੈਂ ਰਾਤ ਨੂੰ ਚੁੱਕ ਕੇ ਵੇਖ ਹੀ ਲਵਾਂ ਇੱਕ ਵਾਰੀ। ਜੇ ਰਾਤ ਨੂੰ ਚੁੱਕ ਲਿਆ ਤੇ ਦਿਨੇ ਤੇ ਫਿਰ ਚੁੱਕ ਹੀ ਲੈਣਾ ਨਾ। ਹੁਣ ਰਾਤ ਨੂੰ ਸਾਰੇ ਸੌਂ ਗਏ, ਮੈਂ ਚੁੱਕ ਕੇ ਇੱਕ ਵਾਰੀ ਆਪਣਾ ਬਲ ਵੇਖ ਲਵਾਂ ਵੀ ਵਾਕਿਆ ਹੀ ਚੁੱਕ ਸਕਦਾ। ਰਾਤ ਨੂੰ ਹੌਲੀ ਜਿਹਾ ਦਰਵਾਜ਼ਾ ਖੋਲ੍ਹਿਆ ਤੇ ਉਸ ਵੇਲੇ ਧਨੁੱਖ ਨੂੰ ਪਾਇਆ ਹੱਥ ਤੇ ਝਾਟੀ ਚੁੱਕ ਲਿਆ ਤੇ ਬੜਾ ਖੁਸ਼ ਹੋਇਆ। ਕਹਿਣ ਲੱਗਾ ਲੈ ਤੇ ਭਾਰਾ ਹੀ ਕੋਈ ਨਹੀਂ, ਸਵੇਰੇ ਮੈਂ ਚੁੱਕ ਹੀ ਲੈਣਾ। ਸੁੱਖ ਦੀ ਨੀਂਦ ਸੌਂ ਗਿਆ। ਗੁਰਮੁਖੋ ਦਿਨ ਚੜ੍ਹਿਆ ਨਾ, ਸਾਰੇ ਰਾਜਕੁਮਾਰਾਂ ਨੇ ਜ਼ੋਰ ਲਾਇਆ, ਚੁੱਕਿਆ ਨਹੀਂ ਗਿਆ। ਰਾਵਣ ਦੀ ਵਾਰੀ ਆਈ, ਬੜਾ ਖੁਸ਼ੀ ਦੇ ਨਾਲ ਹਉਮੈ ਹੰਕਾਰ ਮਾਣ ਦੇ ਨਾਲ ਅੱਗੇ ਵਧਿਆ ਵੀ ਇਹ ਤੇ ਉਹੀ ਹੈ ਨਾ ਜਿਹੜਾ ਰਾਤ ਚੁੱਕਿਆ ਸੀ, ਜਦੋਂ ਹੱਥ ਪਾਇਆ ਤੇ ਚੁੱਕਿਆ ਨਹੀਂ ਗਿਆ। ਅਪਮਾਨਿਤ ਹੋਇਆ, ਲੱਜਤ ਹੋਇਆ। ਬਚਨ ਇਸ ਵੀ ਇੱਕ ਵਾਰੀ ਚੁੱਕੇਗਾ, ਪਰ ਉਹਨੂੰ ਭਰੋਸਾ ਹੀ ਨਾ ਰਿਹਾ ਵੀ ਜਿਹੜਾ ਬਚਨ ਹੋ ਗਿਆ ਸਵੇਰੇ ਵੇਖ ਲਵਾਂਗਾ, ਉਹ ਬਚਨ ਇੱਕ ਵਾਰੀ ਦਾ ਪਹਿਲਾਂ ਨਿਕਲ ਗਿਆ, ਕਾਮਯਾਬੀ ਨਹੀਂ ਹੋਈ ਹੈ। ਤੇ ਕਹਿਣ ਲੱਗੇ ਰਾਮ ਜੀਆਂ ਨੇ ਉਹ ਧਨੁੱਖ ਚੁੱਕਿਆ ਤੇ ਚੁੱਕ ਕੇ ਜਦੋਂ ਚਿੱਲਾ ਚਾੜਿਆ ਤੇ ਉਹ ਟੁੱਟ ਗਿਆ ਧਨੁੱਖ, ਤੇ ਰਾਮ ਜੀਆਂ ਦਾ ਵਿਆਹ ਸੀਤਾ ਨਾਲ ਹੋਇਆ। ਹੁਣ ਵਿਆਹ ਤੇ ਹੋ ਗਿਆ। ਉੱਥੇ ਕਈ ਰਾਜਕੁਮਾਰੀਆਂ, ਜੇ ਰਾਜਕੁਮਾਰ ਆਏ ਤੇ ਰਾਜਕੁਮਾਰੀਆਂ ਵੀ ਆਈਆਂ, ਸੀਤਾ ਦੀਆਂ ਸਹੇਲੀਆਂ। ਰਾਮ ਜੀਆਂ ਨੂੰ ਖੁਸ਼ ਤੇ ਸੋਹਣਾ ਵੇਖ ਕੇ ਨਾ ਉਹਨਾਂ ਨੇ ਸਾਰੀਆਂ ਦੇ ਮਨ ਦੇ ਸੰਕਲਪ ਬਣ ਗਏ, ਇਹ ਰਾਮ ਜੀ ਸਾਨੂੰ ਵਿਆਹ ਲੈਣ, ਆਪਣੀਆਂ ਪਤਨੀਆਂ ਸਾਨੂੰ ਬੁਲਾ ਲੈਣ। ਤੇ ਜਦੋਂ ਉਹਨਾਂ ਨੇ ਆਪਣੀ ਇਹ ਫਰਿਆਦ ਰਾਮ ਜੀ ਦੇ ਅੱਗੇ ਕੀਤੀ ਨਾ, ਤੇ ਰਾਮ ਜੀ ਕਹਿਣ ਲੱਗੇ ਨਹੀਂ, ਵਿਆਹ ਤੇ ਅਸੀਂ ਇੱਕ ਦੇ ਨਾਲ ਹੀ ਕਰਾਉਣਾ, ਪਰ ਤੁਹਾਡੀ ਤਮੰਨਾ ਵੀ ਪੂਰੀ ਕਰਾਂਗੇ। ਕਿਵੇਂ ਕਰਾਂਗੇ? ਅਗਲੇ ਯੁੱਗ ਵਿੱਚ ਅਸੀਂ ਅਵਤਾਰ ਲਵਾਂਗੇ, ਭਗਵਾਨ ਕ੍ਰਿਸ਼ਨ ਦੇ ਰੂਪ ਦੇ ਵਿੱਚ ਆ ਕੇ ਤੇ ਤੁਹਾਨੂੰ ਸਾਰਿਆਂ ਨੂੰ ਵਿਆਹ ਕੇ ਲੈ ਜਾਵਾਂ। ਹੁਣ ਆਪਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਗੱਲ ਕਰੀਏ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਰਹਿੰਦੇ ਸੁਲਤਾਨਪੁਰ ਦੀ ਧਰਤੀ ਤੇ। ਭਾਈ ਮਰਦਾਨਾ ਜੀ ਆ ਗਿਆ, ਮਹਾਰਾਜ ਮੈਂ ਲੜਕੀ ਦਾ ਵਿਆਹ ਰੱਖਿਆ ਆਪਣੇ ਘਰ ਦੇ ਵਿੱਚ ਤੇ ਸਮਾਨ ਕਿਰਪਾ ਕਰਕੇ ਮੈਂ ਤੁਹਾਡੇ ਘਰ ਦਾ ਮਰਾਸੀ ਹਾਂ ਤੇ ਮੇਰੇ ਤੇ ਕਿਰਪਾ ਕਰੋ, ਮੈਨੂੰ ਸਮਾਨ ਦਿਓ ਵੀ ਆਪਣੀ ਧੀ ਦਾ ਵਿਆਹ ਕਰਾਂ। ਤੇ ਮਹਾਰਾਜ ਨੇ ਭਾਈ ਮਰਦਾਨੇ ਨੂੰ ਸੁਲਤਾਨਪੁਰ ਬਿਠਾ ਕੇ ਨਾ, ਤੇ ਇੱਥੇ ਭਗੀਰਥ ਨਾਮ ਦਾ ਇੱਕ ਸਿੱਖ ਹੈ, ਮਲਸੀਆਂ ਪਿੰਡ ਹੈ ਸੁਲਤਾਨਪੁਰ ਦੇ ਨੇੜੇ।
ਤੇ ਭਾਈ ਭਗੀਰਥ ਨੂੰ ਆਖਿਆ ਵੀ ਜਿੰਨਾ ਸਮਾਨ ਲਿਖਿਆ ਨਾ ਇਹਨੇ ਭਾਈ ਮਰਦਾਨੇ ਨੇ ਸਾਰਾ ਲਾਹੌਰੋਂ ਲੈ ਕੇ ਆ, ਕੋਈ ਰਹਿ ਨਾ ਜਾਵੇ। ਪਰ ਬਚਨ ਇਹ ਆ ਵੀ ਰਾਤ ਇੱਕ ਰਹਿਣਾ, 2 ਰਾਤਾਂ ਨਹੀਂ ਰਹਿਣਾ, ਇੱਕ ਰਾਤ ਰਹਿ ਕੇ ਤੇ ਵਾਪਸ ਆ ਜਾ। ਭਾਈ ਭਗੀਰਥ ਚਲੇ ਗਏ, ਸਾਰੇ ਬਾਜ਼ਾਰ ਵਿੱਚੋਂ ਸਾਰਾ ਸਮਾਨ ਖਰੀਦਿਆ, ਪਰ ਕਹਿਣ ਲੱਗੇ ਲੜਕੀ ਦੇ ਹੱਥਾਂ ਵਿੱਚ ਪਾਉਣ ਵਾਲਾ ਚੂੜਾ, ਹੁਣ ਚੂੜੇ ਬਿਨਾਂ ਤੇ ਵਿਆਹ ਨਹੀਂ ਨਾ ਹੋ ਸਕਦਾ। ਸਮਾਨ ਭਾਵੇਂ ਸਾਰਾ ਹੀ ਖਰੀਦ ਲਿਆ ਪਰ ਚੂੜਾ ਨਹੀਂ ਮਿਲਿਆ। ਉੱਥੇ ਇੱਕ ਦੁਕਾਨਦਾਰ ਹੈ, ਨਾਮ ਹੈ ਮਨਸੁਖ ਸ਼ਾਹੂਕਾਰ। ਉਹਦੀ ਦੁਕਾਨ ਤੇ ਜਾ ਕੇ ਪਤਾ ਕੀਤਾ, ਜੀ ਚੂੜਾ ਦੇ ਦਿਓ। ਦੁਕਾਨਦਾਰ ਕਹਿੰਦਾ ਵੀ ਚੂੜਾ ਅੱਜ ਨਹੀਂ ਕੱਲ੍ਹ ਮਿਲੇਗਾ। ਤੇ ਮਨਸੁਖ ਨੇ ਜਦੋਂ ਆਖਿਆ ਨਾ ਕੱਲ੍ਹ ਮਿਲੇਗਾ, ਤੇ ਭਾਈ ਭਗੀਰਥ ਕਹਿਣ ਲੱਗੇ ਨਹੀਂ, ਕੱਲ੍ਹ ਨੂੰ ਨਹੀਂ, ਅੱਜ ਹੀ ਮਿਲਣਾ ਚਾਹੀਦਾ। ਮੈਂ ਅੱਜ ਵਾਪਸ ਜਾਣਾ, ਮੈਂ ਰਾਤ ਲਾਹੌਰ ਵਿੱਚ ਨਹੀਂ ਰਹਿਣਾ। ਦੁਕਾਨਦਾਰ ਨੇ ਆਖਿਆ ਵੀ ਇੰਨੀ ਦੂਰੋਂ ਚੱਲ ਕੇ ਆਇਆ, ਇੱਕ ਰਾਤ ਹੋਰ ਰਵੇਂਗਾ, ਕੀ ਹੋ ਜਾਏਗਾ? ਨਹੀਂ, ਮੇਰੇ ਗੁਰੂ ਦਾ ਹੁਕਮ ਹੈ। ਦੁਕਾਨਦਾਰ ਨੇ ਜਿਵੇਂ ਕਿਵੇਂ ਕਰਕੇ ਨਾ ਚੂੜੇ ਦਾ ਪ੍ਰਬੰਧ ਤੇ ਕੀਤਾ, ਪਰ ਉਹਦੇ ਮਨ ਵਿੱਚ ਇਹ ਗੱਲ ਆ ਗਈ ਵੀ ਐਸਾ ਕਿਹੜਾ ਗੁਰੂ ਹੈ ਜਿਹਦਾ ਇਹ ਬਚਨ ਹੀ ਨਹੀਂ ਮੋੜਦਾ ਵੀ ਇੱਕ ਰਾਤ ਤੋਂ ਬਾਅਦ ਦੂਜੀ ਰਾਤ ਰਹਿਣਾ ਨਹੀਂ। ਮੈਨੂੰ ਵੀ ਨਾਲ ਲੈ ਚੱਲ, ਮੈਂ ਉਸ ਗੁਰੂ ਨੂੰ ਵੇਖਣਾ ਚਾਹੁੰਦਾ ਜਿਹਦੀ ਤੂੰ ਇੰਨੇ ਬਚਨ ਮੰਨਦਾ ਪਿਆ, ਮੈਨੂੰ ਵੀ ਨਾਲ ਹੀ ਲੈ ਚੱਲ। ਹੁਣ ਗੁਰਮੁਖੋ ਮਨਸੁਖ ਸ਼ਾਹੂਕਾਰ ਚੱਲ ਪਿਆ, ਰਸਤੇ ਵਿੱਚ ਤੁਰਿਆ ਆਉਂਦਾ, ਸੁਲਤਾਨਪੁਰ ਦੇ ਨੇੜੇ ਆਇਆ ਤੇ ਮਨ ਵਿੱਚ ਸੋਚਦਾ ਵੀ ਮੈਂ ਗੁਰੂ ਤਾਂ ਜਾਣਾਂਗਾ ਜੇ ਗੁਰੂ ਮੇਰਾ ਨਾਮ ਲਵੇ, ਕਿਉਂਕਿ ਗੁਰੂ ਨੂੰ ਪਹਿਲਾਂ ਮਿਲਿਆ ਨਹੀਂ, ਗੁਰੂ ਪਹਿਲਾਂ ਇਹਨੂੰ ਨਹੀਂ ਮਿਲੇ। ਸ਼ਾਹੂਕਾਰ ਮਨ ਵਿੱਚ ਸੋਚਦਾ ਹੈ ਗੁਰੂ ਨਾਨਕ ਦੇ ਪਾਤਸ਼ਾਹ ਮੇਰਾ ਨਾਮ ਲੈਣਗੇ ਨਾ ਤੇ ਮੈਂ ਫਿਰ ਜਾਣਾਂਗਾ ਵੀ ਇਹ ਪੂਰੇ ਗੁਰੂ ਨੇ। ਸ਼ਾਹੂਕਾਰ ਨੇ ਮੱਥਾ ਟੇਕਿਆ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆਂ ਨੂੰ, ਤੇ ਸਤਿਗੁਰਾਂ ਨੇ ਮੁਖੋਂ ਬਚਨ ਆਖੇ, ਕਹਿਣ ਲੱਗੇ ਨਾਮ ਰੱਖਿਆ ਮਨ ਸੁਖ, ਪਰ ਤੇਰੇ ਮਨ ਨੂੰ ਸੁਖ ਹੈ ਕੋਈ ਨਹੀਂ ਹੈ। ਇੱਕ ਵਾਰੀ ਆਖੀਏ ਸਤਨਾਮ। ਜਦੋਂ ਇਹ ਬਚਨ ਕੀਤਾ ਨਾ ਤੇ ਉਹਨੂੰ ਭਰੋਸਾ ਆ ਗਿਆ ਵੀ ਵਾਕਿਆ ਹੀ ਇਹ ਪੂਰਾ ਗੁਰੂ ਜਿਹੜਾ ਮੰਨਦੀਆਂ ਜਾਣਦਾ। ਸਤਿਗੁਰਾਂ ਦਾ ਸਿੱਖ ਬਣ ਗਿਆ। ਅੰਮ੍ਰਿਤ ਵੇਲੇ ਕਿਵੇਂ ਉੱਠਣਾ, ਨਾਮ ਕਿਵੇਂ ਜਪਣਾ, ਸਾਰੀ ਵਿਧੀ ਨਾ ਮਹਾਰਾਜ ਦੇ ਕੋਲੋਂ ਸਿੱਖੀ। ਇਸ ਨੇ ਕੋਲ ਰਹਿ ਕੇ ਕੁਝ ਸ਼ਬਦ ਇਸ ਨੇ ਲਿਖ ਲਏ ਕਾਗਜ਼ਾਂ ਦੇ ਉੱਪਰ, ਜਿਹੜੇ ਨਿਤਨੇਮ ਦੇ ਰੂਪ ਵਿੱਚ ਸਵੇਰੇ ਪੜ੍ਹਨੇ। ਤੇ ਇੱਕ ਦਿਨ ਨਾ ਗੁਰਮੁਖੋ ਇਹੋ ਹੀ ਸ਼ਾਹੂਕਾਰ ਵਪਾਰ ਕਰਨ ਵਾਸਤੇ ਸ਼੍ਰੀਲੰਕਾ ਵਿੱਚ ਚਲੇ ਗਿਆ, ਜਿਸ ਨੂੰ ਸੰਗਲਾ ਦੀਪ ਉਹਨਾਂ ਦਿਨਾਂ ਵਿੱਚ ਕਿਹਾ ਜਾਂਦਾ। ਸਾਖੀ ਆਪਾਂ ਤਾਂ ਪਿੱਛੋਂ ਸ਼ੁਰੂ ਕੀਤੀ ਹੈ ਵੀ ਸਾਰੇ ਦੇ ਸਾਰੇ ਜਿਹੜੇ ਪਾਤਰ ਨੇ ਨਾ ਇਹ ਸਾਖੀ ਦੇ, ਉਹਨਾਂ ਦਾ ਸਾਨੂੰ ਪਤਾ ਲੱਗ ਜਾਵੇ। ਤੇ ਉਸ ਦੇਸ਼ ਦੇ ਵਿੱਚ ਹਿੰਦੂ ਧਰਮ ਦੇ ਮੁਤਾਬਕ ਕਈ ਰੀਤੀ ਰਿਵਾਜ ਕੀਤੇ ਜਾਂਦੇ, ਪਰ ਇਹ ਮਨਸੁਖ ਹੈ ਭਾਵੇਂ ਹਿੰਦੂ ਪਰਿਵਾਰ ਵਿੱਚ, ਪਰ ਇਹਨੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਦੱਸੇ ਮੁਤਾਬਕ ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਪਾਣ ਕੀਤਾ, ਦੱਸੇ ਹੋਏ ਸ਼ਬਦ ਪੜ੍ਹੇ, ਅੱਗ ਬਾਲੀ ਤੇ ਭੋਜਨ ਪ੍ਰਸ਼ਾਦਾ ਬਣਾਇਆ। ਇਹਦੀ ਸ਼ਿਕਾਇਤ ਕਰਤੀ ਰਾਜੇ ਦੇ ਕੋਲ, ਸ਼ਿਵਨਾਭ ਦੇ ਕੋਲ ਵੀ ਇੱਕ ਵਿਅਕਤੀ ਆਇਆ, ਉਹ ਹੈ ਤੇ ਧਰਮ ਦਾ ਹਿੰਦੂ, ਪਰ ਹਿੰਦੂਆਂ ਵਾਲੇ ਕਰਮ ਨਹੀਂ ਕਰਦਾ ਪਿਆ। ਰਾਜੇ ਨੂੰ ਜਦੋਂ ਬੁਲਾਇਆ ਨਾ ਭਾਈ ਮਨਸੁਖ ਸ਼ਾਹੂਕਾਰ ਨੂੰ, ਤੇ ਭਾਈ ਮਨਸੁਖ ਨੇ ਗੁਰੂ ਨਾਨਕ ਦੇ ਮਹਾਰਾਜ ਦੀ ਵਡਿਆਈ ਦੱਸੀ, ਤੇ ਉਹ ਰਾਜੇ ਦੇ ਅੰਦਰ ਗੁਰਮੁਖੋ ਲਾਲਸਾ ਪੈਦਾ ਹੋ ਗਈ, ਇੱਛਾ ਪੈਦਾ ਹੋ ਗਈ ਵੀ ਐਸੇ ਗੁਰੂ ਨੂੰ ਮੈਂ ਵੀ ਜਾ ਕੇ ਮਿਲਾਂ। ਆਪਾਂ ਬਚਨ ਪੜ੍ਹਦੇ ਹਾਂ ਨਾ, ਮੰਨੈ ਤਰੈ ਤਾਰੇ ਗੁਰਸਿੱਖ। ਇੱਕ ਵਾਰੀ ਫਿਰ ਆਖੀਏ, ਮੰਨੈ ਤਰੈ ਤਾਰੇ ਗੁਰਸਿੱਖ। ਇਹ ਬਚਨ ਤੇ ਆਪਾਂ ਪੜ੍ਹਦੇ ਹਾਂ। ਇਹ ਗੁਰਸਿੱਖ ਉਹ ਨੇ ਜਿਹੜੇ ਨੇ ਭਾਈ ਭਗੀਰਥ ਜੀ, ਜਿਨ੍ਹਾਂ ਨੇ ਆਪ ਵੀ ਤਰੇ ਤੇ ਮਨਸੁਖ ਸ਼ਾਹੂ ਨੂੰ ਲਾਹੌਰੋਂ ਲਿਆ ਕੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਪਾ ਕੇ ਤਾਰਿਆ। ਇਹ ਸਿੱਖ ਉਹ ਨੇ, ਲਾਹੌਰ ਦਾ ਸ਼ਾਹੂਕਾਰ ਆਪ ਤੇ ਤਰਿਆ, ਹੁਣ ਸੰਗਲਾ ਦੀਪ ਦੇ ਰਾਜੇ ਨੂੰ ਮਹਾਰਾਜ ਦੀ ਵਡਿਆਈ ਦੱਸ ਕੇ ਤਾਰਨਾ ਚਾਹੁੰਦਾ। ਰਾਜੇ ਦੇ ਮਨ ਵਿੱਚ ਵਿਚਾਰ ਬਣੀ, ਮੈਂ ਗੁਰੂ ਨਾਨਕ ਦੇ ਪਾਤਸ਼ਾਹ ਦੇ ਦਰਸ਼ਨ ਕਰਾਂ, ਮੈਨੂੰ ਅਤਾ ਪਤਾ ਤੇ ਉਹਨਾਂ ਦਾ ਦੱਸਿਆ ਜਾਵੇ ਵੀ ਕਿੱਥੇ ਉਹ ਰਹਿੰਦੇ, ਮੈਂ ਜਾਵਾਂ। ਤੇ ਭਾਈ ਮਨਸੁਖ ਸ਼ਾਹੂਕਾਰ ਕਹਿਣ ਲੱਗੇ ਵੀ ਤੈਨੂੰ ਗੁਰੂ ਨਾਨਕ ਦੇ ਪਾਤਸ਼ਾਹ ਦੇ ਕੋਲ ਜਾਣ ਦੀ ਲੋੜ ਨਹੀਂ, ਤੂੰ ਆਪਣੇ ਘਰੇ ਬੈਠ ਕੇ ਹੀ ਉਹਨਾਂ ਦਾ ਜਾਪ ਕਰ, ਗੁਰੂ ਨਾਨਕ ਦੇ ਪਾਤਸ਼ਾਹ ਆਪੇ ਤੇਰੇ ਕੋਲ ਆ ਜਾਣਗੇ। ਕਹਿਣ ਲੱਗਾ ਇਹ ਵੀ ਚੰਗੀ ਗੱਲ ਹੈ। ਦਿਨੇ ਰਾਤ ਹਰ ਵੇਲੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਜਾਪ ਕਰਦਾ ਰਾਜਾ। ਆਮ ਬੰਦਾ ਕੋਈ ਕੰਮ ਕਰੇ ਤੇ ਉਹਦੀ ਬਹੁਤੀ ਮਸ਼ਹੂਰੀ ਨਹੀਂ ਹੁੰਦੀ, ਵੱਡਾ ਬੰਦਾ ਕੋਈ ਨਿੱਕਾ ਜਿਹਾ ਕੰਮ ਕਰੇ ਤੇ ਉਹ ਝਾਟੀ ਦੁਨੀਆ ਨੂੰ ਪਤਾ ਲੱਗ ਜਾਂਦਾ।
ਹੁਣ ਰਾਜਾ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸ਼ਰਧਾਲੂ ਬਣਿਆ, ਇਲਾਕੇ ਵਿੱਚ ਧੁੰਮ ਪੈ ਗਈ, ਰੌਲਾ ਪੈ ਗਿਆ ਵੀ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸ਼ਰਧਾਲੂ ਹੈ ਰਾਜਾ। ਤੇ ਜਿਹੜਾ ਕਿਹੜਾ ਵੀ ਸਾਧੂ ਸੀ ਨਾ ਪਖੰਡੀ, ਉਹਨੇ ਪਾਏ ਕੱਪੜੇ ਤੇ ਜਾ ਕੇ ਰਾਜੇ ਨੂੰ ਆਖਿਆ, ਰਾਜਾ ਮੈਂ ਉਹ ਆ ਗੁਰੂ ਨਾਨਕ ਦੇਵ ਜਿਹਨੂੰ ਤੂੰ ਯਾਦ ਕਰਦਾ ਪਿਆ। ਹੁਣ ਗੁਰਮੁਖੋ ਰਾਜੇ ਨੇ ਤੇ ਨਹੀਂ ਨਾ ਵੇਖਿਆ ਗੁਰੂ ਨਾਨਕ ਦੇਵ ਪਾਤਸ਼ਾਹ, ਜਿਹੜਾ ਮਰਜ਼ੀ ਜਾ ਕੇ ਉੱਥੇ ਕਹਿ ਦੇਵੇ ਵੀ ਮੈਂ ਉਹੀ ਹਾਂ। ਰਾਜੇ ਨੇ ਸੇਵਾ ਕਰਨੀ, ਧਨ ਦੇਣਾ, ਤੇ ਜਦੋਂ ਰਾਜੇ ਨੇ ਕਰਤੂਤਾਂ ਵੇਖਣੀਆਂ ਵੀ ਕਰਤੂਤਾਂ ਤੇ ਉਹ ਨਹੀਂ ਹੈਗੀਆਂ ਜਿਹੜੀਆਂ ਇਹ ਦਸੀਆਂ ਗਈਆਂ, ਮੈਨੂੰ ਜੀਵਨ ਉੱਦਾਂ ਦਾ ਨਹੀਂ ਹੈ, ਜੀਵਨ ਤੇ ਪਖੰਡੀਆਂ ਵਾਲਾ। ਰਾਜਾ ਇੱਕ ਕੋਲੋਂ ਠੱਗਿਆ ਗਿਆ, ਦੋਵਾਂ ਕੋਲੋਂ ਠੱਗਿਆ ਗਿਆ। ਫਿਰ ਰਾਜਾ ਵੀ ਸਿਆਣਾ, ਉਹਨੇ ਆਖਿਆ ਵੀ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਆ ਜਾਣਗੇ, ਆਖਣਗੇ ਵੀ ਅਸੀਂ ਗੁਰੂ ਨਾਨਕ ਹੀ ਹਾਂ। ਰਾਜੇ ਨੇ ਫਿਰ ਪਰਖ ਕਰਨ ਵਾਸਤੇ ਨਾ ਪਹਿਲਾਂ ਮਾਇਆ ਦੇਣੀ, ਫਿਰ ਹੋਰ ਕਈ ਤਰ੍ਹਾਂ ਦੀਆਂ ਪਰਖਾਂ ਕਰਨੀਆਂ। ਜੇ ਕੋਈ ਪਰਖ ਵਿੱਚੋਂ ਪੂਰਾ ਉਤਰੇ ਤੇ ਫਿਰ ਜਾ ਕੇ ਉਹਨੂੰ ਮਿਲਣਾ, ਪਰ ਪਰਖਾਂ ਹੀ ਇੰਨੀਆਂ ਕਰਦਾ ਵੀ ਪੂਰਾ ਉਤਰਦਾ ਹੀ ਕੋਈ ਨਹੀਂ। ਕੋਈ ਮਾਇਆ ਪਿੱਛੇ ਡੋਲ ਜਾਂਦਾ, ਕੋਈ ਨਿੱਕਾ ਮੋਟਾ ਪਦਾਰਥ ਲੈ ਕੇ ਚਲੇ ਜਾਂਦਾ। ਇੱਕ ਦਿਨ ਗੁਰਮੁਖੋ ਸਮਾਂ ਉਹ ਆ ਗਿਆ ਜਿਸ ਦਿਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਯਾਤਰਾ ਕਰਦੇ ਹੋਏ, ਦੁਨਿਆਵੀ ਦੁਨੀਆ ਦਾ ਭਲਾ ਕਰਦੇ ਹੋਏ, ਸੰਸਾਰੀ ਲੋਕਾਂ ਦਾ ਮਹਾਰਾਜ ਆਪ ਵੀ ਸੰਗਲਾ ਦੀਪ ਪਹੁੰਚ ਗਏ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਪਹੁੰਚੇ ਤੇ ਸਤਿਗੁਰਾਂ ਦਾ ਨਾਮ ਸੁਣ ਕੇ ਰਾਜੇ ਨੇ ਨਾ ਪਹਿਲਾਂ ਕੁਝ ਮਾਇਆ ਭੇਜੀ ਮਹਾਰਾਜ ਦੇ ਵੱਲ, ਵੀ ਹੋ ਸਕਦਾ ਇਹ ਵੀ ਪਖੰਡੀ ਹੋਣਗੇ, ਮਾਇਆ ਲੈਣਗੇ ਤੇ ਚਲੇ ਜਾਣਗੇ। ਮਾਇਆ ਆਈ ਤੇ ਮਹਾਰਾਜ ਨੇ ਮੋੜ ਦਿੱਤੀ, ਕਹਿਣ ਲੱਗੇ ਗਰੀਬਾਂ 'ਚ ਵੰਡ ਦਿਓ, ਸਾਨੂੰ ਨਹੀਂ ਚਾਹੀਦੀ ਹੈ। ਰਾਜੇ ਨੂੰ ਜਾ ਕੇ ਦੱਸਿਆ ਵੀ ਮਾਇਆ ਨਹੀਂ ਉਹਨਾਂ ਨੇ ਲਈ ਹੈ। ਫਿਰ ਰਾਜੇ ਨੇ ਹੋਰ ਕਈ ਤਰ੍ਹਾਂ ਦੇ ਲਾਲਚ, ਗੁਰਮੁਖੋ ਅਖੀਰ ਦੇ ਵਿੱਚ ਉਸਨੇ ਨਾ ਬੜੀਆਂ ਸੋਹਣੀਆਂ ਪਦਮਨੀ ਜਾਤੀ ਦੀਆਂ ਇਸਤਰੀਆਂ ਲਿਆ ਕੇ ਨਾ, ਜਿਹੜੀਆਂ ਲੰਮੀਆਂ ਨੇ, ਜਵਾਨ ਨੇ, ਸੋਹਣੀਆਂ ਨੇ, ਨੈਣ ਨਕਸ਼ ਬੜੇ ਚੰਗੇ ਨੇ, ਬੜੀਆਂ ਗੁਣਾਂ ਵਾਲੀਆਂ, ਰਾਜੇ ਨੇ ਆਪਣੇ ਮੰਤਰੀਆਂ ਨੂੰ ਕਹਿ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਅੱਗੇ ਖੜੀਆਂ ਕਰ ਦਿੱਤੀਆਂ। ਉਹਨਾਂ ਕੁੜੀਆਂ ਲੜਕੀਆਂ ਨੂੰ ਹੁਕਮ ਦਿੱਤਾ ਵੀ ਤੁਸੀਂ ਜਾ ਕੇ ਨਾਚ ਕਰਨਾ ਮਹਾਰਾਜ ਦੇ ਸਾਹਮਣੇ, ਤੇ ਜਿਨ੍ਹਾਂ ਨੇ ਮਹਾਰਾਜ ਨੂੰ ਰਿਝਾ ਲਿਆ ਉਹਨਾਂ ਨੂੰ ਮੈਂ ਇਨਾਮ ਦੇਵਾਂਗਾ। ਉਹ ਵਿਚਾਰੀਆਂ ਹੁਕਮ ਦੀਆਂ ਬੱਧੀਆਂ ਆ ਗਈਆਂ ਲੜਕੀਆਂ, ਤੇ ਆ ਕੇ ਉਹਨਾਂ ਨੇ ਨਿਰਤਕਾਰੀ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇਤਰ ਬੰਦ ਕਰਕੇ ਬੈਠੇ ਸਿਮਰਨ ਦੇ ਵਿੱਚ। ਜਦੋਂ ਨਿਰਤਕਾਰੀ ਕਰਕੇ ਹਟੀਆਂ ਨਾ, ਤੇ ਮਹਾਰਾਜ ਦੇ ਮੁਖੋਂ ਬਚਨ ਨਿਕਲਿਆ, ਕਹਿਣ ਲੱਗੇ ਗਾਛੋ ਪੁੱਤਰੀ ਰਾਜ ਕੁਵਾਰ, ਨਾਮ ਭਨੋ ਦੁੱਤ ਸੂਝ ਸਵਾਰ। ਮਹਾਰਾਜ ਨੇ ਆਖਿਆ ਗਾਛੋ ਪੁੱਤਰੀ, ਐ ਪੁੱਤਰੀਓ, ਐ ਧੀਓ, ਜਿਹੜਾ ਕੰਮ ਤੁਸੀਂ ਕਰਦੀਆਂ ਪਈਆਂ ਇਹ ਕੰਮ ਤੁਹਾਨੂੰ ਠੀਕ ਨਹੀਂ, ਇਹ ਤੁਹਾਡੇ ਮਾਂ-ਬਾਪ ਦੀ ਪੱਗ ਨੂੰ ਲਾਜ ਲਾਉਣ ਵਾਲਾ ਹੈ, ਇਹ ਕੁਕਰਮੀ ਕੰਮ ਹੈ, ਨੀਵਿਆਂ ਲੋਕਾਂ ਦਾ ਕੰਮ ਹੈ। ਤੇ ਲੜਕੀ ਜਿਹੜੀ ਹੈ ਨਾ ਉਹ ਮਾਂ-ਬਾਪ ਦੀ ਇੱਜ਼ਤ ਹੋਇਆ ਕਰਦੀ ਹੈ, ਤੁਸੀਂ ਇਹ ਕੰਮ ਕਰਦੀਆਂ ਪਈਆਂ ਸਾਡਾ ਜੀਵਨ ਪਰਖਣ ਵਾਸਤੇ ਠੀਕ ਨਹੀਂ ਹੈ। ਗਾਛੋ ਪੁੱਤਰੀ ਰਾਜ ਕੁਵਾਰ, ਨਾਮ ਭਣੋ। ਤੇ ਲੜਕੀਆਂ ਨੇ ਆਖਿਆ ਮਹਾਰਾਜ ਫਿਰ ਕੀ ਕਰੀਏ? ਸਤਿਗੁਰੂ ਕਹਿੰਦੇ ਨਾਮ ਜਪੋ। ਕਦੋਂ ਜਪੀਏ? ਸੂਰਜ ਚੜ੍ਹਨ ਤੋਂ ਪਹਿਲਾਂ। ਇਦੋਂ ਪਹਿਲਾਂ ਕਿ ਸੂਰਜ ਚੜ੍ਹੇ ਤੇਰੇ ਉੱਪਰ ਨਾਮ ਦਾ ਰੰਗ ਚੜ੍ਹ ਜਾਣਾ ਚਾਹੀਦਾ। ਇੱਕ ਵਾਰੀ ਆਖੀਏ ਸਤਨਾਮ। ਇਹ ਬਚਨ ਕਹਿ ਕੇ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਹ ਜਿੰਨੀਆਂ ਲੜਕੀਆਂ ਭੇਜੀਆਂ ਸਨ ਰਾਜੇ ਨੇ, ਸਾਰਿਆਂ ਦੀ ਮਨ ਦੀਆਂ ਬਿਰਤੀਆਂ ਹੀ ਮਹਾਰਾਜ ਨੇ ਬਦਲ ਦਿੱਤੀਆਂ। ਉਹ ਕਾਮ ਬਿਰਤੀ ਤੇ ਖਤਮ ਹੀ ਕਰ ਦਿੱਤੀ ਮਹਾਰਾਜ ਸਾਹਿਬ ਦੀਆਂ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ। ਸਾਧੂ ਮਿਲ ਜਾਵੇ ਨਾ ਪੂਰਾ ਕੋਈ ਗੁਰੂ ਨਾਨਕ ਦੇਵ ਪਾਤਸ਼ਾਹ ਵਰਗਾ, ਤੇ ਭਾਵੇਂ ਸਾਡਾ ਇਹ ਸਰੀਰ ਕਿੰਨਾ ਵੀ ਭਰਿਆ ਵਿਕਾਰਾਂ ਦੇ ਨਾਲ, ਮਹਾਰਾਜ ਖੰਡ ਖੰਡ ਕਰ ਦਿੰਦੇ, ਖਾਲੀ ਕਰ ਦਿੰਦੇ, ਵਿਕਾਰਾਂ ਨੂੰ ਮਿਟਾ ਦਿੰਦੇ। ਰੋ ਵਿਚਾਰ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਮੁਖੋਂ ਗੁਰਮੁਖੋਂ ਬਚਨ ਨਿਕਲੇ ਤੇ ਉਹਨਾਂ ਦੀ ਭਾਵਨਾ ਵਿਕਾਰ ਦੀ ਖਤਮ ਕਰਕੇ ਮਹਾਰਾਜ ਨੇ ਪੁੱਤਰੀਆਂ ਕਹਿ ਕੇ, ਧੀਆਂ ਕਹਿ ਕੇ ਸੰਬੋਧਨ ਕੀਤਾ ਤੇ ਨਾਮ ਦੀ ਇੱਛਾ ਉਹਨਾਂ ਦੇ ਅੰਦਰ ਪੈਦਾ ਕਰਕੇ ਨਾਮ ਦੀ ਲਿਵ ਲਾ ਦਿੱਤੀ। ਹੁਣ ਗੁਰਮੁਖੋ ਬਚਨ ਆਪਾਂ ਇਹ ਸਰਵਣ ਕਰਦੇ ਪਏ ਸੀ ਵੀ ਸਿੱਧ ਆਖਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਉਹਨਾਂ ਨੇ ਵੱਡੀ ਕਮਾਈ ਤਾਂ ਕਿਹਾ ਹੈ, ਸਮੇਂ ਦਾ ਅਵਤਾਰ ਜਾਂਦਾ ਆਪਣਾ ਵਿਆਹ ਕਰਾਉਣ ਵਾਸਤੇ, ਤੇ ਉੱਥੋਂ ਦੀਆਂ ਲੜਕੀਆਂ ਨੂੰ ਇਹ ਗੱਲ ਕਹਿੰਦੇ ਨੇ ਮੈਂ ਨਹੀਂ ਵਿਆਹ ਕਰਾਵਾਂਗਾ, ਪਰ ਬਾਅਦ ਵਿੱਚ ਜਿਹੜਾ ਮੈਂ ਅਵਤਾਰ ਲਵਾਂਗਾ ਤੁਹਾਡੇ ਨਾਲ ਵਿਆਹ ਕਰਵਾ ਲਵਾਂਗਾ। ਜੇ ਉਹ ਲੜਕੀਆਂ ਕਿਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸ਼ਰਨ ਵਿੱਚ ਆਉਂਦੀਆਂ ਤੇ ਮਹਾਰਾਜ ਨੇ ਵਿਆਹ ਦਾ ਲਾਰਾ ਨਹੀਂ ਆਖਿਆ, ਤੁਸੀਂ ਮੇਰੀਆਂ ਧੀਆਂ ਹੋ, ਮੈਂ ਤੁਹਾਡਾ ਬਾਪ ਹਾਂ, ਤੁਸੀਂ ਮੇਰੀਆਂ ਪੁੱਤਰੀਆਂ ਹੋ।
ਸਭ ਤੇ ਵੱਡਾ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਵੱਡਾ ਆਖਿਆ। ਐਵੇਂ ਨਹੀਂ ਕਿਹਾ, ਉਹਨਾਂ ਦੇ ਗੁਣ ਵੱਡੇ ਨੇ ਗੁਰਮੁਖੋ, ਉਹਨਾਂ ਦੀ ਸੋਚ ਵੱਡੀ ਹੈ, ਉਹਨਾਂ ਦਾ ਜੀਵਨ ਵੱਡਾ ਹੈ, ਤਾਂ ਆਖਿਆ ਗਿਆ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਵੱਡੇ। ਦੁਨੀਆ ਦਾ ਮਹਾਨ ਪੈਗੰਬਰ, ਮਹਾਨ ਅਵਤਾਰ। ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਦੇ, ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਇਤਿਹਾਸ ਵਿੱਚ ਸਾਖੀ ਲਿਖੀ ਹੈ। ਭਾਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜੀਵਨ ਪੜ੍ਹ ਲਓ, ਭਾਵੇਂ ਭਗਵਾਨ ਰਾਮ ਜੀਆਂ ਦਾ ਪੜ੍ਹ ਲਓ, ਦੋਨਾਂ ਥਾਵਾਂ 'ਤੇ ਦੋਨੇ ਸਾਖੀਆਂ ਮਿਲ ਜਾਣਗੀਆਂ ਵੀ ਉਸ ਵੇਲੇ ਇਹ ਕੁਝ ਹੋਇਆ ਸੀ। ਪਰ ਇੱਥੋਂ ਸਾਨੂੰ ਮੰਨਣਾ ਪਵੇਗਾ ਵੀ ਵਾਕਿਆ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਵੱਡੇ ਨੇ, ਉਹਨਾਂ ਵਰਗਾ ਹੈ ਕੋਈ ਨਹੀਂ ਹੈ। ਐਸੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ। ਰਾਜੇ ਦਸ਼ਰਥ ਦੇ ਘਰ ਜਦੋਂ ਰਾਮ ਜੀ ਪੈਦਾ ਹੋਏ ਤੇ ਉਹਨਾਂ ਨੂੰ ਪੜ੍ਹਨ ਵਾਸਤੇ ਨਾ ਬ੍ਰਹਮ ਵਿਦਿਆ ਲੈਣ ਵਾਸਤੇ ਵਸ਼ਿਸ਼ਟ ਨਾਮ ਦੇ ਰਿਖੀ ਦੇ ਕੋਲ ਭੇਜਿਆ ਗਿਆ ਵੀ ਬ੍ਰਹਮ ਵਿਦਿਆ, ਧਾਰਮਿਕ ਗ੍ਰੰਥਾਂ ਦਾ ਗਿਆਨ ਦੇਣਾ, ਸ਼ਾਸਤਰਾਂ ਦਾ ਗਿਆਨ ਦੇਣਾ ਭੇਜਿਆ ਗਿਆ। ਤੇ ਵਿਦਵਾਨਾਂ ਨੇ ਲਿਖਿਆ ਵੀ 64 ਦਿਨ ਲੱਗ ਗਏ, 2 ਮਹੀਨੇ ਤੇ 4 ਦਿਨ ਲੱਗ ਗਏ ਗ੍ਰੰਥ ਪੜ੍ਹਦਿਆਂ ਤੇ ਗ੍ਰੰਥ ਸਿੱਖਦਿਆਂ। 64 ਦਿਨ ਦਾ ਸਮਾਂ ਲੱਗਿਆ। ਤੇ ਜਦੋਂ ਸਿੱਖ ਲਿਆ ਨਾ ਸਾਰਾ ਕੁਝ ਗੁਰਮੁਖੋ, ਉਸ ਤੋਂ ਮਗਰੋਂ ਫਿਰ ਸ਼ਸਤਰ ਵਿਦਿਆ ਸਿੱਖੀ ਗਈ ਤੇ 8 ਦਿਨ ਲੱਗ ਗਏ ਸ਼ਸਤਰ ਵਿਦਿਆ ਸਿੱਖਦਿਆਂ। 64 ਦਿਨ ਲੱਗ ਗਏ ਗ੍ਰੰਥ ਪੜ੍ਹਦਿਆਂ, 8 ਦਿਨ ਲੱਗ ਗਏ ਸ਼ਸਤਰ ਵਿਦਿਆ ਸਿੱਖਦਿਆਂ, ਤੇ ਕੁੱਲ ਮਿਲਾ ਕੇ 72 ਦਿਨ ਲਾ ਦਿੱਤੇ ਸਮੇਂ ਦੇ ਪੈਗੰਬਰ ਨੇ, ਅਵਤਾਰ ਨੇ ਆਪਣੀ ਸ਼ਸਤਰ ਵਿਦਿਆ ਸਿੱਖਣ ਵਾਸਤੇ ਔਰ ਧਾਰਮਿਕ ਗ੍ਰੰਥਾਂ ਦੀ ਵਿਦਿਆ ਸਿੱਖਣ ਵਾਸਤੇ। ਤੇ ਦੁਆਪਰ ਯੁੱਗ ਆਇਆ, ਭਗਵਾਨ ਕ੍ਰਿਸ਼ਨ ਜੀ ਆਏ ਸੰਸਾਰ ਦੇ ਵਿੱਚ, ਤੇ ਉਹਨਾਂ ਨੂੰ ਗੁਰਮੁਖੋ ਧਾਰਮਿਕ ਵਿਦਿਆ ਪੜ੍ਹਨ ਲੱਗਿਆਂ ਬਹੁਤਾ ਟਾਈਮ ਨਹੀਂ ਲੱਗਿਆ। ਵਿਦਵਾਨ ਕਹਿੰਦੇ ਨੇ ਵੀ ਦੁਰਵਾਸਾ ਰਿਖੀ ਜੀ ਦੇ ਕੋਲੋਂ ਉਹਨਾਂ ਨੇ 8 ਦਿਨ ਹੀ ਲਾਏ ਤੇ 8 ਦਿਨਾਂ ਦੇ ਵਿੱਚ ਹੀ ਸਾਰੀ ਵਿਦਿਆ, ਜਿੰਨੇ ਗ੍ਰੰਥ ਸਨ, ਸ਼ਾਸਤਰ ਵਗੈਰਾ ਜੋ ਪੜ੍ਹਨੇ ਸਨ ਪੜ੍ਹ ਲੈ ਤੇ ਸਿੱਖ ਲੈ। ਪਰ ਸ਼ਸਤਰ ਵਿਦਿਆ ਉਹਨਾਂ ਨੇ ਸੰਦੀਪਨ ਜੀ ਰਿਖੀ ਤੋਂ ਸਿੱਖੀ ਹੈ ਤੇ 64 ਦਿਨ ਉਹਨਾਂ ਨੇ ਲਾਏ, 72 ਦਿਨ ਉਹਨਾਂ ਨੂੰ ਵੀ ਲੱਗੇ। ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਜੀਵਨ ਦੀ ਗੁਰਮੁਖੋ ਗੱਲ ਕਰ ਲਈਏ। ਜਦੋਂ ਮਹਾਰਾਜ ਜੀ ਥੋੜ੍ਹੇ ਜਿਹੇ ਵੱਡੇ ਹੋਏ ਨਾ ਤੇ ਉਸ ਵੇਲੇ ਪਿਤਾ ਕਲਿਆਣ ਚੰਦ ਜੀ ਜੋ ਮਹਾਰਾਜ ਦੇ ਪਿਤਾ ਸਨ, ਸਤਿਗੁਰਾਂ ਨੂੰ ਪੜ੍ਹਾਉਣ ਵਾਸਤੇ ਪਾਂਧੇ ਕੋਲ ਲੈ ਗਏ। ਕਹਿਣ ਲੱਗੇ, ਪਾਂਧਾ ਜੀ ਵੀ ਇਹ ਮੇਰਾ ਪੁੱਤਰ ਹੈ, ਇਹਨੂੰ ਪੜ੍ਹਾਓ, ਤੁਹਾਨੂੰ ਮੂੰਹ ਮੰਗਿਆ ਮੈਂ ਧਨ ਦੌਲਤ ਦਿਆਂਗਾ, ਇਹਨਾਂ ਨੂੰ ਗਿਣਤੀ ਮਿਣਤੀ ਪੜ੍ਹਾ ਦਿਓ, ਕਿਉਂਕਿ ਮੈਂ ਪਟਵਾਰੀ ਦਾ ਕੰਮ ਕਰਦਾ, ਇਹਨਾਂ ਨੂੰ ਵੀ ਕਿਸੇ ਚੰਗੇ ਅਹੁਦੇ ਦੇ ਉੱਪਰ ਲਵਾਵਾਂਗਾ। ਤੇ ਪਹਿਲੇ ਦਿਨ ਤੇ ਮਹਾਰਾਜ ਚੁੱਪ ਕਰਕੇ ਬੈਠੇ ਰਹੇ, ਕਿਉਂਕਿ ਪਹਿਲੇ ਦਿਨ ਬੱਚਾ ਜਿਹੜਾ ਸ਼ਰਮਾਉਂਦਾ ਤੇ ਟੀਚਰ ਵੀ ਕੁਝ ਨਹੀਂ ਕਹਿੰਦਾ, ਬੱਚਾ ਕਿਤੇ ਡਰ ਨਾ ਜਾਵੇ, ਇਹਦਾ ਜੀ ਲੱਗ ਜਾਵੇ, ਹੌਲੀ ਹੌਲੀ ਇਹਦੇ ਦੋਸਤ ਬਣ ਜਾਣ ਕਲਾਸ ਦੇ ਵਿੱਚ, ਫਿਰ ਹੀ ਪੜ੍ਹਾਵਾਂਗੇ। ਪਹਿਲੇ ਦਿਨ ਨਾ ਪਾਂਧੇ ਨੇ ਮਹਾਰਾਜ ਨੂੰ ਕੋਈ ਅੱਖਰ ਪੜ੍ਹਾਇਆ ਤੇ ਨਾ ਮਹਾਰਾਜ ਨੇ ਕੋਈ ਅੱਖਰ ਵੱਲ ਧਿਆਨ ਦਿੱਤਾ, ਉਹ ਆਪਣੀ ਖੇਡ ਵਿੱਚ ਲੱਗੇ ਰਹੇ। ਤੇ ਦੂਜਾ ਦਿਨ ਚੜ੍ਹਿਆ ਨਾ ਤੇ ਉਸ ਵੇਲੇ ਪਾਂਧਾ ਜੀ ਕਹਿਣ ਲੱਗੇ, ਪੜ੍ਹੋ ਜੀ, ਤੁਹਾਨੂੰ ਇਹ ਮੈਂ ਵਿਦਿਆ ਪੜ੍ਹਾਉਣ ਲੱਗਾ। ਤੇ ਮਹਾਰਾਜ ਨੇ ਸਵਾਲ ਕੀਤਾ, ਕਹਿਣ ਲੱਗੇ, ਜਿਹੜੀ ਵਿਦਿਆ ਪੜ੍ਹਾਉਣ ਲੱਗੇ ਹੋ ਪਹਿਲਾਂ ਇਹ ਦੱਸੋ ਵੀ ਇਹਦਾ ਮਤਲਬ ਕੀ ਹੈ। ਤੇ ਪਾਂਧਾ ਜੀ ਕਹਿਣ ਲੱਗੇ, ਮਤਲਬ ਇਹਦਾ ਇਹ ਆ ਪੁੱਤਰ ਵੀ ਇਹ ਤੂੰ ਪੜ੍ਹੇਗਾ ਨਾ, ਗਿਣਤੀ ਅੰਕੜੇ ਪੜ੍ਹੇਗਾ, ਹਿਸਾਬ ਕਿਤਾਬ ਜੋੜ ਘਟਾਓ ਦੇ ਅੱਖਰ ਸਿੱਖੇਗਾ ਤੇ ਫਿਰ ਤੈਨੂੰ ਨੌਕਰੀ ਮਿਲ ਜਾਏਗੀ, ਤੇਰਾ ਵਿਆਹ ਚੰਗਾ ਹੋ ਜਾਏਗਾ, ਗੁਜ਼ਾਰਾ ਚੰਗਾ ਹੋਵੇ। ਤੇ ਮਹਾਰਾਜ ਕਹਿਣ ਲੱਗੇ, ਇਹ ਪੜ੍ਹਾਈ ਪਰਲੋਕ ਦੇ ਵਿੱਚ ਵੀ ਨਾਲ ਨਿਭੇਗੀ। ਕਹਿਣ ਲੱਗਾ ਵੀ ਨਹੀਂ, ਹਿਸਾਬ ਕਿਤਾਬ ਤੇ ਦੁਨੀਆ ਦਾ ਇੱਥੇ ਹੀ ਰਹਿ ਜਾਂਦਾ, ਇਹ ਨਾਲ ਕੋਈ ਨਹੀਂ ਨਿਭਦਾ। ਰੱਬ ਦੇ ਘਰ ਵਿੱਚ ਗਿਣਤੀ ਮਿਣਤੀ ਤੇ ਹਿਸਾਬ ਕਿਤਾਬ ਦੇ ਅੰਕੜੇ ਚੱਲਦੇ ਨਹੀਂ। ਫਿਰ ਮੈਨੂੰ ਉਹ ਵਿਦਿਆ ਪੜ੍ਹਾਓ ਜਿਹੜੀ ਪਰਲੋਕ ਵਿੱਚ ਨਾਲ ਨਿਭੇ। ਤੇ ਪਾਂਧਾ ਹੈਰਾਨ ਹੋ ਗਿਆ, ਕਹਿਣ ਲੱਗਾ ਵੀ ਨਿੱਕਾ ਜਿਹਾ ਬੱਚਾ ਤੇ ਗੱਲ ਬੜੀ ਵੱਡੀ ਕਰ ਦਿੱਤੀ ਹੈ। ਉਹਨੇ ਫਿਰ ਸਤਿਗੁਰਾਂ ਨੇ ਪੁੱਛਿਆ, ਮਹਾਰਾਜ ਤੁਸੀਂ ਦੱਸ ਦਿਓ। ਤੇ ਸਤਿਗੁਰੂ ਕਹਿਣ ਲੱਗੇ, ਸੱਸਾ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਇਹ ਪੱਟੀ ਲਿਖੀ ਨਾਮ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਮੁਖੋ ਦਰਜ ਹੈ, ਇਹ ਮਹਾਰਾਜ ਨੇ ਬਖਸ਼ੀ ਉਸ ਵੇਲੇ। ਤੇ ਫਿਰ ਇਸ ਗੋਪਾਲ ਪਾਂਧੇ ਨੇ ਨਾ ਬਾਬਾ ਕਲਿਆਣ ਚੰਦ ਨੂੰ ਆਖਿਆ ਵੀ ਨਹੀਂ, ਜਿਹੜੀ ਵਿਦਿਆ ਮੈਂ ਪੜ੍ਹਾਉਣੀ ਚਾਹੁੰਦਾ ਹਾਂ ਤੇਰੇ ਪੁੱਤਰ ਨੂੰ ਤੇ ਵਿਦਿਆ ਉਹ ਪਹਿਲਾਂ ਹੀ ਆਉਂਦੀ ਹੈ, ਪਰ ਜਿਹੜੀ ਵਿਦਿਆ ਇਹਦੇ ਕੋਲ ਹੈ ਨਾ ਉਹ ਸਾਡੇ ਕੋਲ ਨਹੀਂ, ਇਹ ਪੜ੍ਹਿਆ ਹੋਇਆ ਹੈ, ਇਹਨੂੰ ਪੜ੍ਹਾਉਣ ਦੇ ਖਿਆਲੇ ਨਾ ਪਾਓ। ਤੇ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਕੋਈ ਹੋਰ ਤਰੀਕਾ? ਕਹਿਣ ਲੱਗੇ, ਹੋਰ ਤਰੀਕਾ ਇਹ ਹੈ, ਇੱਥੇ ਇੱਕ ਬਹੁਤ ਵੱਡਾ ਪੰਡਤ ਵਿਦਵਾਨ ਰਹਿੰਦਾ, ਨਾਮ ਹੈ ਉਹਦਾ ਬ੍ਰਿਜਨਾਥ, ਉਹਦੇ ਕੋਲ ਲੈ ਜਾਓ, ਹੋ ਸਕਦਾ ਵੀ ਉਹ ਕੋਈ ਇਹਨਾਂ ਨੂੰ ਪੜ੍ਹਾ ਦੇਵੇ।
ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਉਹਦੇ ਕੋਲ ਲੈ ਕੇ ਗਏ ਤੇ ਪੰਡਤ ਨੇ ਆਖਿਆ ਆਹ ਵਿਦਿਆ ਪੜ੍ਹੋ, ਆਹ ਵਿਦਿਆ ਪੜ੍ਹੋ। ਤੇ ਮਹਾਰਾਜ ਨੇ ਉੱਥੇ ਬਚਨ ਬਖਸ਼ਿਆ, ਕਹਿਣ ਲੱਗੇ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਖਾਰੀ। ਇਹ ਮਹਾਰਾਜ ਨੇ ਸ਼ਬਦ ਉੱਥੇ ਗੁਰਮੁਖੋਂ ਬਖਸ਼ਿਆ ਕਿ ਇਹ ਪਾਂਧਾ ਜੀ ਮੋਹ ਨੂੰ ਜਾਲ ਦਿਓ, ਮੋਹ ਨੂੰ ਖਤਮ ਕਰ ਦਿਓ। ਇਹ ਮੋਹ ਨੇ ਲੋਕ ਪਰਲੋਕ ਵਿੱਚ ਛੁੱਟਣ ਨਹੀਂ ਤੁਹਾਨੂੰ ਦੇਣ। ਜਦੋਂ ਇਹ ਉਪਦੇਸ਼ ਮਹਾਰਾਜ ਨੇ ਸ਼ਬਦ ਉੱਥੇ ਬਖਸ਼ਿਆ ਤੇ ਉਸਨੇ ਵੀ ਹੱਥ ਜੋੜ ਕੇ ਨਮਸਕਾਰ ਕੀਤੀ। ਵਾਕਿਆ ਹੀ ਇਹ ਤੇ ਪੜ੍ਹੇ ਹੋਏ ਨੇ, ਮੇਰੇ ਵੱਸ ਦੀ ਗੱਲ ਨਹੀਂ ਹੈ। ਪਹਿਲੇ ਦਿਨ ਪਾਂਧੇ ਕੋਲ ਗਏ, ਉੱਥੇ ਵੀ ਬਖਸ਼ਿਸ਼ ਕੀਤੀ ਹੈ। ਫਿਰ ਪੰਡਤ ਕੋਲ ਗਏ, ਉੱਥੇ ਵੀ ਵਿਦਿਆ ਪੜ੍ਹਾਈ ਹੈ, ਪੜ੍ਹੇ ਨਹੀਂ। ਤੇ ਕੁਝ ਸਮੇਂ ਬਾਅਦ ਫਿਰ ਬਾਬਾ ਕਲਿਆਣ ਚੰਦ ਜੀ ਸਤਿਗੁਰਾਂ ਨੂੰ ਨਾ ਕੁਤਬਦੀਨ ਨਾਮ ਦੇ ਇੱਕ ਮੁੱਲਾਂ ਦੇ ਕੋਲ ਲੈ ਗਏ। ਮੁੱਲਾਂ ਬੜੇ ਗ੍ਰੰਥ ਪੜ੍ਹਿਆ ਹੋਇਆ, ਵਿਦਵਾਨ ਪੜ੍ਹਿਆ ਹੋਇਆ, ਉੱਥੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਲੈ ਗਏ। ਇਹ ਮੁੱਲਾਂ ਨੇ ਨਾ ਪਹਿਲਾਂ ਹੀ ਮਹਾਰਾਜ ਦੀ ਵਡਿਆਈ ਸੁਣੀ ਸੀ। ਇਲਾਕੇ ਵਿੱਚ ਧੁੰਮ ਪੈ ਗਈ। ਬਾਬਾ ਕਲਿਆਣ ਚੰਦ ਜੀਆਂ ਦਾ ਪੁੱਤਰ ਇੰਨਾ ਵੱਡਾ ਗਿਆਨੀ ਤੇ ਇੰਨਾ ਸਿਆਣਾ ਹੈ, ਦੁਨੀਆ ਦੇ ਬੱਚੇ ਤੇ ਟੀਚਰਾਂ ਕੋਲੋਂ ਜਾ ਕੇ ਪੜ੍ਹਦੇ ਨੇ, ਟੀਚਰਾਂ ਨੂੰ ਪੜ੍ਹਾ ਕੇ ਆ ਗਿਆ। ਹੁਣ ਜੇ ਇਲਾਕੇ ਵਿੱਚ ਧੁੰਮ ਪਵੇਗੀ ਤੇ ਉਹ ਮੁੱਲਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਬੱਚਾ ਉਹ ਹੈ ਜਿਹਨੇ ਪੰਡਤ ਨੂੰ ਵੀ ਪੜ੍ਹਾਇਆ ਤੇ ਪਾਂਧੇ ਨੂੰ ਵੀ ਪੜ੍ਹਾਇਆ। ਇਸ ਤੋਂ ਪਹਿਲਾਂ ਕਿ ਇਹ ਮੁੱਲਾਂ ਸਤਿਗੁਰਾਂ ਨੂੰ ਪੜ੍ਹਾਉਂਦਾ, ਉਹਨੇ ਮਹਾਰਾਜ ਨੂੰ ਹੀ ਪੁੱਛ ਲਿਆ। ਕਹਿਣ ਲੱਗਾ ਜੀ ਤੁਹਾਡੀ ਸਿਫਤ ਬੜੀ ਸੁਣੀ ਹੈ, ਕਿਰਪਾ ਕਰਕੇ ਮੈਨੂੰ ਵੀ ਉਪਦੇਸ਼ ਦੇ ਦਿਓ। ਮੈਂ ਤੁਹਾਨੂੰ ਪੜ੍ਹਾਉਣਾ ਨਹੀਂ, ਤੁਹਾਡੇ ਕੋਲੋਂ ਪੜ੍ਹਨਾ ਚਾਹੁੰਦਾ, ਮੇਰੇ ਤੇ ਵੀ ਭਲਾ ਕਰ ਦਿਓ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਫਾਰਸੀ ਦਾ ਉੱਥੇ ਪਦਾ ਜਿਹੜਾ ਸ਼ਬਦ ਸੀ ਨਾ ਉਹ ਬਖਸ਼ਿਸ਼ ਕੀਤਾ। ਯਕ ਅਰਜ ਗੁਫਤੰ ਪੇਸ ਤੋਂ ਦਰ ਗੋਸ ਕੁਨ ਕਰਤਾਰ। ਇਹ ਮਹਾਰਾਜ ਨੇ ਬਚਨ ਬਖਸ਼ੇ। ਕਹਿਣ ਲੱਗੇ ਐ ਖੁਦਾ, ਐ ਪਰਮਾਤਮਾ, ਐ ਪਰਵਰਦਗਾਰ, ਤੂੰ ਕੰਨ ਕਰ। ਮੈਂ ਤੇਰੇ ਕੰਨ ਦੇ ਕੋਲ ਕੋਈ ਆਪਣਾ ਬਚਨ ਕਹਿਣਾ ਚਾਹੁੰਦਾ ਹਾਂ, ਤੇਰੇ ਕੰਨਾਂ ਵਿੱਚ ਆਪਣੀ ਬੇਨਤੀ ਪਾਉਣੀ ਚਾਹੁੰਦਾ ਹਾਂ। ਯਕ ਅਰਜ ਗੁਫਤੰ, ਮੇਰੀ ਅਰਜ ਬੇਨਤੀ ਜਿਹੜੀ ਹੈ ਨਾ ਆਪਣੇ ਕੰਨਾਂ ਵਿੱਚ ਸੁਣਨ ਵਾਸਤੇ ਮੇਰੇ 'ਤੇ ਕਿਰਪਾ ਕਰੋ। ਹਕਾ ਕਬੀਰ ਕਰੀਮ ਤੂੰ ਬੇਐ ਪਰਵਰਦਗਾਰ, ਤੁਸੀਂ ਵੱਡੇ ਹੋ, ਮਾਲਕ ਹੋ, ਐਬ ਤੋਂ ਰਹਿਤ ਹੋ, ਪਰਵਰਦਗਾਰ ਸਾਰਿਆਂ ਦੀ ਪਾਲਣ ਕਰਨ ਵਾਲੇ ਹੋ, ਪਾਲਣਾ ਕਰਨ ਵਾਲੇ ਹੋ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ। ਇਹ ਦੁਨੀਆ ਦਾ ਮੁਕਾਮ ਡੇਰਾ ਨਾਸ ਹੋ ਜਾਣ ਵਾਲਾ ਹੈ। ਇਸ ਗੱਲ ਨੂੰ ਪੱਕਾ ਆਪਣੇ ਮਨ ਦੇ ਵਿੱਚ ਬੰਨ੍ਹ ਲਾ, ਚੰਗੀ ਤਰ੍ਹਾਂ ਮਨ ਵਿੱਚ ਪਰੋਲਾ ਇਹ ਬਚਨ। ਜਿੱਥੇ ਮੈਂ ਜਨਮ ਲੈ ਕੇ ਆਇਆ, ਨਾ ਇਹ ਘਰ ਰਹਿਣਾ, ਨਾ ਇਹ ਪਰਿਵਾਰ ਰਹਿਣਾ, ਤੇ ਨਾ ਇਸ ਪਰਿਵਾਰ ਦੇ ਵਿੱਚ ਮੈਂ ਰਹਿਣਾ। ਇਹ ਬਚਨ ਨੂੰ ਬੰਦਿਆ ਪੱਕਾ ਆਪਣੇ ਦਿਲ ਵਿੱਚ ਬੰਨ੍ਹ ਲਾ, ਗੱਠ ਮਾਰ ਲਾ ਇਹ ਬਚਨ ਦੇ ਉੱਪਰ ਵੀ ਦੁਨੀਆ ਦਾ ਡੇਰਾ ਨਾਸਵੰਤ ਹੈ। ਇਹ ਬਚਨ ਮਹਾਰਾਜ ਉੱਥੇ ਬਖਸ਼ਿਸ਼ ਕਰਦੇ ਪਏ। ਮਮ ਸਰ ਮੂਏ ਅਜਰਾਇਲ ਗ੍ਰਿਫਤ ਹੈ ਦਿਲ ਹੇਚ ਨਾ ਦਾਨੀ। ਮੇਰੇ ਸਿਰ ਦੇ ਜਿਹੜੇ ਕੇਸ ਨੇ ਮੌਤ ਦੇ ਫਰਿਸ਼ਤੇ ਨੇ ਪਹਿਲਾਂ ਹੀ ਫੜੇ ਹੋਏ ਨੇ। ਉਹਨੇ 1 ਮਿੰਟ ਦਾ ਸਮਾਂ ਨਹੀਂ ਲਾਉਣਾ। ਜਦੋਂ ਸਮਾਂ ਪੂਰਾ ਹੋ ਗਿਆ, ਇੱਕ ਵੀ ਸਾਹ ਤੈਨੂੰ ਮਿਲਣਾ ਨਹੀਂ ਬੰਦਿਆ ਦੁਨੀਆ 'ਤੇ ਜਿਉਣ ਵਾਸਤੇ। ਇਹ ਬਚਨ ਮਹਾਰਾਜ ਦੇ ਫਾਰਸੀ ਦਾ ਇਹ ਪਦਾ ਸਤਿਗੁਰਾਂ ਨੇ ਤਲੰਗ ਰਾਗ ਵਿੱਚ ਗੁਰਮੁਖੋਂ ਬਖਸ਼ਿਸ਼ ਕੀਤਾ। ਜਨ ਪਿਸਰ ਪਦਰ ਬਿਰਾਦਰਾ। ਤੇ ਮਹਾਰਾਜ ਕਹਿਣ ਲੱਗੇ ਕਸ ਨੇਸ ਦਸਤੰਗੀਰ। ਉੱਥੇ ਮਾਤਾ ਪਿਤਾ ਭੈਣ ਭਰਾ ਚਾਚਾ ਤਾਇਆ ਕੋਈ ਵੀ ਤੇਰੀ ਮਦਦ ਕਰਨ ਵਾਲਾ। ਰੋ ਵਿਚਾਰ ਇਸ ਤਰ੍ਹਾਂ ਮਹਾਰਾਜ ਨੇ ਮੁੱਲਾ ਕੁਤਬਦੀਨ ਨੂੰ ਵੀ ਮਹਾਰਾਜ ਨੇ ਪੜ੍ਹਾ ਦਿੱਤਾ। ਐਸੇ ਸਤਿਗੁਰੂ ਨੇ, ਦੁਨੀਆ ਦੇ ਪੈਗੰਬਰਾਂ ਨੇ, ਦੁਨੀਆ ਦੇ ਅਵਤਾਰਾਂ ਨੇ ਵਿਦਿਆ ਪੜ੍ਹਨ ਵਾਸਤੇ 72 ਦਿਨ ਲਾ ਕੇ ਵਿਦਿਆ ਪੜ੍ਹੀ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਇੱਕ ਐਸੇ ਗੁਰੂ ਨੇ, ਪਹਿਲੇ ਦਿਨ ਹੀ ਗਏ ਆਪਣੇ ਪੜ੍ਹਾਉਣ ਵਾਲੇ ਦੇ ਕੋਲ, ਪੜ੍ਹ ਕੇ ਨਹੀਂ ਸਗੋਂ ਪੜ੍ਹਾ ਕੇ ਆਏ। ਤੇ ਇੱਕ ਵਾਰੀ ਆਖੀਏ ਫਿਰ ਸਤਨਾਮ ਵਾਹਿਗੁਰੂ। ਤਾਂ ਆਖਿਆ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਨੂੰ ਐਵੇਂ ਨਹੀਂ ਵੱਡਾ ਆਖਿਆ। ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਗੁਰਮੁਖੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਦੋਂ ਬਿਰਾਜੇ, ਮਹਾਰਾਜ ਦੇ ਜੀਵਨ ਦੀ ਕਥਾ ਕਿਵੇਂ ਲਿਖੀ ਗਈ ਹੈ ਥੋੜ੍ਹੇ ਮਿੰਟਾਂ ਵਾਸਤੇ ਆਪਾਂ ਸਰਵਣ ਕਰਾਂਗੇ। ਜਦੋਂ ਕਰਤਾਰਪੁਰ ਬਿਰਾਜੇ ਤੇ ਭਾਈ ਬਾਲਾ ਮਹਾਰਾਜ ਦੇ ਕੋਲੋਂ ਆਗਿਆ ਲੈ ਕੇ ਆਪਣੇ ਪਿੰਡ ਨੂੰ ਚਲਾ ਗਿਆ, ਤਲਵੰਡੀ ਨੂੰ ਚਲੇ ਗਿਆ। ਮਹਾਰਾਜ ਆਗਿਆ ਦੇ ਦਿਓ। ਭਾਈ ਲਹਿਣਾ ਸਾਹਿਬ ਜੀ ਮਹਾਰਾਜ ਦੀ ਸੇਵਾ ਵਿੱਚ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਪਰ ਹਾਜ਼ਰ ਹੋ ਗਏ। ਸੇਵਾ ਕਰਦੇ ਰਹੇ। ਸੇਵਾ ਕਰਦਿਆਂ ਕਰਦਿਆਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ
ਉਸ ਵੇਲੇ ਗੁਰਤਾ ਗੱਦੀ ਦੀ ਦਾਤ ਭਾਈ ਲਹਿਣਾ ਸਾਹਿਬ ਜੀਆਂ ਨੂੰ ਬਖਸ਼ਿਸ਼ ਕਰਕੇ ਗੁਰੂ ਅੰਗਦ ਸਾਹਿਬ ਬਣਾ ਕੇ ਬੇਨਤੀ ਕੀਤੀ। ਕਹਿਣ ਲੱਗੇ, ਪੁਰਖਾ ਤੁਸੀਂ ਕਰਤਾਰਪੁਰ ਤੋਂ ਹੁਣ ਖਡੂਰ ਸਾਹਿਬ ਚਲੇ ਜਾਓ, ਇੱਥੇ ਨਾ ਰਹੋ। ਤੇ ਗੁਰੂ ਅੰਗਦ ਦੇ ਪਾਤਸ਼ਾਹ ਖਡੂਰ ਸਾਹਿਬ ਆ ਗਏ। ਤੇ ਭਾਈ ਬਾਲਾ ਜੀ ਉਸ ਵੇਲੇ ਆਪਣੇ ਪਿੰਡ ਤਲਵੰਡੀ ਵਿੱਚ ਬੈਠੇ ਹੋਏ। ਤੇ ਗੁਰਮੁਖੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਉਸ ਵੇਲੇ ਨਾ ਮਾਈ ਭਰਾਈ, ਇਤਿਹਾਸ ਦੇ ਵਿੱਚ ਬਚਨ ਆਉਂਦਾ ਵੀ ਸਤਿਗੁਰਾਂ ਦੀ ਰਿਸ਼ਤੇਦਾਰੀ ਵਿੱਚ ਭੂਆ ਲੱਗਦੀ ਹੈ। ਮਾਈ ਭਰਾਈ ਇਹਦਾ ਨਾਮ ਹੈ। ਇਹਦੇ ਘਰ ਦੇ ਵਿੱਚ ਮਹਾਰਾਜ ਦਰਵਾਜ਼ਾ ਬੰਦ ਕਰਕੇ ਗੁਰੂ ਅੰਗਦ ਸਾਹਿਬ ਬੈਠ ਗਏ। ਸੰਗਤ ਨੂੰ ਮਿਲਦੇ ਨਹੀਂ, ਬਚਨ ਵਿਲਾਸ ਨਹੀਂ ਕਰਦੇ, ਮੱਥੇ ਨਹੀਂ ਲੱਗਦੇ। ਕਾਫੀ ਦਿਨ ਲੰਘ ਗਏ। ਇੱਕ ਦਿਨ ਫਿਰ ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਦੇ ਸਮੇਤ ਬੇਨਤੀ ਕੀਤੀ, ਮਹਾਰਾਜ ਇਸ ਤਰ੍ਹਾਂ ਨਾ ਕਰੋ, ਸੰਗਤਾਂ ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦਰਸ਼ਨ ਕਰਦੀਆਂ, ਤੁਹਾਡੇ ਵੀ ਦਰਸ਼ਨ ਕਰਨੇ ਚਾਹੁੰਦੀਆਂ, ਆਪ ਜੀ ਕਿਰਪਾ ਕਰਕੇ ਸੰਗਤ ਵਿੱਚ ਬੈਠੋ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਜਦੋਂ ਦਰਬਾਰ ਵਿੱਚ ਬੈਠੇ, ਗੁਰਮੁਖੋ ਅੱਜ ਦਾ ਦਿਨ ਜਿਹੜਾ ਆਪਾਂ ਮਨਾਉਂਦੇ ਪਏ ਆ ਨਾ, ਭਾਈ ਬਾਲਾ ਜੀ ਬੈਠੇ ਤਲਵੰਡੀ ਵਿੱਚ ਸੋਚਣ ਲੱਗ ਪਏ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਇਸ ਦਿਨ ਨੂੰ ਹੋਇਆ ਹੈ, ਉਹ ਜੋਤੀ ਜੋਤ ਸਮਾ ਗਏ ਨੇ, ਉਹਨਾਂ ਦੀ ਥਾਂ ਤੇ ਗੁਰੂ ਜਿਹੜੇ ਬੈਠੇ ਹੋਏ, ਮੈਨੂੰ ਦਰਸ਼ਨ ਕਰਨੇ ਚਾਹੀਦੇ। ਤੇ ਭਾਈ ਬਾਲਾ ਜੀ ਚੱਲ ਪਏ ਗੁਰਮੁਖੋ ਤਲਵੰਡੀ ਤੋਂ, ਤੇ ਖਡੂਰ ਸਾਹਿਬ ਆ ਕੇ ਉਹਨਾਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੂੰ ਮੱਥਾ ਟੇਕਿਆ। ਗੁਰੂ ਅੰਗਦ ਦੇ ਪਾਤਸ਼ਾਹ ਨੇ ਪੁੱਛਿਆ, ਭਾਈ ਤੂੰ ਕੌਣ ਹੈ ਤੇ ਕਿੱਥੋਂ ਆਇਆ? ਭਾਈ ਬਾਲਾ ਜੀ ਕਹਿਣ ਲੱਗੇ, ਜੀ ਨਾਮ ਮੇਰਾ ਭਾਈ ਬਾਲਾ ਤੇ ਆਇਆ ਮੈਂ ਤਲਵੰਡੀ ਤੋਂ ਚੱਲ ਕੇ। ਇਹ ਬਚਨ ਸੁਣਦਿਆਂ ਸਾਰ ਹੀ ਨਾ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਛੇਤੀ ਨਾਲ ਉੱਠੇ, ਖੜੇ ਹੋਏ ਤੇ ਭਾਈ ਬਾਲਾ ਜੀ ਨੂੰ ਜੱਫੀ ਪਾ ਕੇ ਮਹਾਰਾਜ ਮਿਲੇ, ਆਪਣੇ ਸੀਨੇ ਦੇ ਨਾਲ ਲਾਇਆ, ਆਪਣੇ ਕੋਲ ਬਿਠਾਇਆ। ਕਹਿਣ ਲੱਗੇ, ਸਾਡੇ ਗੁਰੂ ਦੀ, ਸਾਡੇ ਪਿਆਰੇ ਦੀ ਸਾਨੂੰ ਕਥਾ ਸੁਣਾ। ਜਿਸ ਪਿਆਰੇ ਸਿਓ ਨੇਹੋ ਤਿਸ ਆਗੈ, ਮਰ ਚੱਲੀਐ ਤ੍ਰਿਗ ਜੀਵਨ ਸੰਸਾਰ, ਤਾਕੈ ਪਾਛੈ ਜੀਵਨਾ। ਤੇ ਉਸ ਵੇਲੇ ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਜੇ ਕਥਾ ਸੁਣਨੀ ਚਾਹੁੰਦੇ ਹੋ ਨਾ, ਤੇ ਪਹਿਲਾਂ ਮਹਾਰਾਜ ਦੀ ਜਿਹੜੀ ਜਨਮ ਪੱਤਰੀ ਲਿਖੀ ਗਈ ਹੈ ਨਾ, ਉਹ ਕਢਾਉਣੀ ਪਵੇਗੀ। ਉਹਦੇ ਤੋਂ ਤਰੀਕ ਵਾਰ ਟਾਈਮ ਦਾ ਸਾਰਾ ਪਤਾ ਲੱਗੇਗਾ। ਉਹ ਪੱਤਰੀ ਜਿਹੜੀ ਹੈ ਇਸ ਵੇਲੇ ਤਲਵੰਡੀ ਵਿੱਚ ਪਈ ਹੈ, ਬਾਬਾ ਲਾਲੂ ਜੀ ਦੇ ਘਰ ਵਿੱਚ ਪਈ ਹੈ। ਬਾਬਾ ਲਾਲੂ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਾਚਾ ਜੀ ਲੱਗਦੇ ਗੁਰਮੁਖੋ। ਤੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਕਹਿਣ ਲੱਗੇ, ਫਿਰ ਤੁਸੀਂ ਜਾਓ ਭਾਈ ਬਾਲਾ ਜੀ, ਇੱਕ ਭਾਈ ਪੰਨੂ ਨਾਮ ਦਾ ਸਿੱਖ ਲੈ ਕੇ, ਤੇ ਭਾਈ ਬਾਲਾ ਜੀ ਤਲਵੰਡੀ ਗਏ। ਚਾਚਾ ਲਾਲੂ ਜੀਆਂ ਦੇ ਘਰ ਵਿੱਚ 5 ਦਿਨ ਮਹਾਰਾਜ ਦੀ ਜਨਮ ਪੱਤਰੀ ਲੱਭਦੇ ਰਹੇ, 5 ਦਿਨ ਲੱਗ ਗਏ। ਉਹਦਾ ਕਾਰਨ ਇਹ ਸੀ ਵੀ ਬਾਬਾ ਕਾਲੂ ਜੀ, ਕਲਿਆਣ ਚੰਦ ਜੀ ਪਟਵਾਰੀ ਸਨ, ਤੇ ਪਟਵਾਰ ਪੁਣੇ ਦੇ ਕਾਗਜ਼ ਪੱਤਰ ਬੜੇ ਹੁੰਦੇ, ਘਰ ਭਰੇ ਪਏ ਸਨ, ਕੋਠੇ ਭਰੇ ਪਏ ਕਾਗਜ਼ਾਂ ਦੇ ਨਾਲ। ਫਰੋਲ ਫਲੋਲ ਕੇ ਉਹਦੇ ਵਿੱਚੋਂ ਜਨਮ ਪੱਤਰੀ ਕੱਢੀ ਹੈ। ਉਹ ਜਨਮ ਪੱਤਰੀ ਫਿਰ ਤਲਵੰਡੀ ਤੋਂ ਚੱਲ ਕੇ ਖਡੂਰ ਸਾਹਿਬ ਆਈ। ਤੇ ਪਰ ਹੁਣ ਉਹ ਪੜ੍ਹਨੀ ਤੇ ਸੁਣਨੀ ਮੁਸ਼ਕਲ ਹੈ, ਕਿਉਂਕਿ ਉਹਦੇ ਵਿੱਚ ਭਾਸ਼ਾ ਜਿਹੜੀ ਹੈ ਨਾ, ਉਹ ਭਾਸ਼ਾ ਹੋਰ ਹੈ, ਜਿਹੜੀ ਆਮ ਸਿੱਖਾਂ ਦੇ ਵੱਸ ਦੀ ਗੱਲ ਨਹੀਂ ਹੈ, ਪੜ੍ਹੀ ਨਹੀਂ ਜਾ ਸਕਦੀ ਹੈ। ਉਸ ਵੇਲੇ ਮਹਾਰਾਜ ਨੇ ਪੁੱਛਿਆ, ਕੋਈ ਇਹੋ ਜਿਹਾ ਸਿੱਖ ਹੈ ਜਿਹੜਾ ਗੁਰਮੁਖੀ ਵੀ ਜਾਣਦਾ ਹੋਵੇ ਤੇ ਇਸ ਭਾਸ਼ਾ ਨੂੰ ਵੀ ਜਾਣਦਾ ਹੋਵੇ ਜਿਸ ਭਾਸ਼ਾ ਵਿੱਚ ਪੱਤਰੀ ਲਿਖੀ ਗਈ ਹੈ? ਭਾਈ ਪੈੜਾ ਮੁਖਾ ਨਾਮ ਦਾ ਇੱਕ ਸਿੱਖ ਮਹਾਰਾਜ ਦੇ ਕੋਲ ਆਇਆ। ਮਹਾਰਾਜ ਮੈਂ ਦੋਨੇ ਭਾਸ਼ਾ ਦਾ ਗਿਆਨ ਰੱਖਦਾ, ਆਪ ਜੀ ਕਿਰਪਾ ਕਰੋ ਵੀ ਕੀ ਸੇਵਾ ਕਰਨੀ ਹੈ। ਉਸ ਨੂੰ ਪੁੱਛਿਆ ਗਿਆ ਵੀ ਦੱਸ ਫਿਰ ਇਹ ਮਹਾਰਾਜ ਦੀ ਜਨਮ ਤਰੀਕ ਕੀ ਹੈ? ਤੇ ਉਸਨੇ ਪੜ੍ਹ ਕੇ ਸੁਣਾਈ ਜਨਮ ਪੱਤਰੀ ਮਹਾਰਾਜ ਜੀਆਂ ਦੀ 1526 ਬਿਕਰਮੀ ਸੰਮਤ ਤੇ 1469 ਈਸਵੀ। ਸਵਾ ਪਹਿਰ ਰਾਤ ਰਹਿੰਦਿਆਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ। ਆਖੀਏ ਮਿਲ ਕੇ ਸਤਨਾਮ ਸ੍ਰੀ ਵਾਹਿਗੁਰੂ। ਸਵਾ ਪਹਿਰ ਰਾਤ ਆਪਾਂ ਕਹਿ ਸਕਦੇ ਹਾਂ 2:15 ਵਜੇ ਦਾ ਟਾਈਮ, ਅੰਮ੍ਰਿਤ ਵੇਲੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦਾ ਪ੍ਰਕਾਸ਼। ਬਾਬਾ ਕਲਿਆਣ ਚੰਦ ਜੀਆਂ ਦੇ ਘਰੇ ਮਾਤਾ ਤ੍ਰਿਪਤਾ ਜੀਆਂ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਇਹ ਜਿਹੜੇ ਬਚਨ ਸਨ ਉਸ ਵੇਲੇ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਇਸ ਤਰ੍ਹਾਂ ਅਵਤਾਰ ਹੋਇਆ। ਦੌਲਤਾਂ ਦਾਈ ਨੇ ਉਸ ਵੇਲੇ ਦੱਸਿਆ, ਜਿਸ ਵੇਲੇ ਮਹਾਰਾਜ ਅਵਤਾਰ ਲੈ ਕੇ ਆਏ ਉਸ ਵੇਲੇ ਇੰਨਾ ਪ੍ਰਕਾਸ਼ ਹੋਇਆ ਕਮਰੇ ਦੇ ਵਿੱਚ ਕਿ ਦੀਵਿਆਂ ਦੀ ਲੋ ਜਿਹੜੀ ਹੈ ਉਹ ਵੀ ਮੱਧਮ ਪੈ ਗਈ।
ਐਸਾ ਪ੍ਰਕਾਸ਼ ਮਹਾਰਾਜ ਜੀਆਂ ਦੇ ਅਵਤਾਰ ਦੇ ਸਮੇਂ ਹੋਇਆ। ਔਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੱਜ ਦੇ ਦਿਨ ਇਹ ਸੰਸਾਰ ਦਾ ਭਲਾ ਕਰਨ ਵਾਸਤੇ ਦੁਨੀਆ 'ਤੇ ਆਏ। ਗੁਰਮੁਖੋ, ਆਪ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ। ਮਹਾਰਾਜ ਰਹਿਮਤ ਕਰਨ, ਸਾਨੂੰ ਗੁਰਸਿੱਖੀ ਦੀਆਂ ਦਾਤਾਂ, ਨਾਮ ਬਾਣੀ ਦੀਆਂ ਦਾਤਾਂ ਦੇ ਨਾਲ ਮਹਾਰਾਜ ਜੀ ਨਿਵਾਜਣ, ਤਾਂ ਕਿ ਸਾਡਾ ਇਹ ਜਨਮ ਜਿਹੜਾ ਹੈ ਉਹ ਸਫਲਾ ਹੋ ਜਾਵੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸ ਜਾਵੇ। ਲੇਖਾ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਦੀ ਸਮੁੱਚੀ ਸੰਗਤ ਨੂੰ ਲੱਖ ਲੱਖ ਮੁਬਾਰਕ ਹੋਵੇ। ਇਹ ਪਾਵਨ ਪਿੱਤਰ ਦਿਹਾੜਾ ਪੂਰੀ ਦੁਨੀਆ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਹੈ। ਸੋ